ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੁਨੀਲ ਜਾਖੜ ਸਿਧਾਂਤਕ ਤੌਰ ਤੇ ਕੈਪਟਨ ਅਮਰਿੰਦਰ ਦੇ ਖਿਲਾਫ ਹੋ ਗਏ। ਜਾਖੜ ਸਾਹਿਬ ਨੇ ਪਹਿਲੇ ਸੋਨੀਆ ਜੀ ਨੂੰ ਚਿੱਠੀ ਲਿਖੀ ਇਹਨਾਂ ਦੀ ਨੌਕਰੀ ਬਾਰੇ, ਅਗਲੇ ਦਿਨ ਮੈਨੂੰ ਫੋਨ ਕਰਦੇ ਆ, ਮੈਨੂੰ ਕਹਿੰਦੇ ਫਤਿਹ ਜੀ ਮੇਰਾ ਪ੍ਰਤਾਪ ਬਾਜਵਾ ਨਾਲ ਤੇ ਡਿਫਰੈਂਸਿਸ ਹੋ ਸਕਦੇ ਆ, ਮੈਂ ਤੁਹਾਡੀ ਬਹੁਤ ਇੱਜ਼ਤ ਮਾਨ ਤੇ ਤੁਸੀਂ ਮੇਰੀ ਇਲੈਕਸ਼ਨ 'ਚ ਬੜੀ ਮਦਦ ਕੀਤੀ ਹੈ, ਔਰ ਸਾਰਿਆਂ ਨੇ ਵੱਡੀ ਗੱਲ ਹੈ ਵੀ ਅਰਜੁਨ ਨੇ ਮੇਰੀ ਇਲੈਕਸ਼ਨ 'ਚ ਬਹੁਤ ਮਦਦ ਕੀਤੀ ਹੈ। ਮੈਂ ਕਿਹਾ ਜਾਖੜ ਸਾਹਿਬ ਇਸੇ ਗੱਲ ਦਾ ਸਿਲਾ ਦੇ ਰਹੇ ਹੋ। ਪਰ ਕਾਂਗਰਸ ਖਿੰਡ ਗਈ, ਜਿਵੇਂ ਕੋਈ ਗਾਰੇ ਦੀ ਕੰਧ ਬਣਾ ਦਿੰਦਾ ਤੇ ਉੱਤੋਂ ਮੀਂਹ ਪੈ ਜਾਂਦਾ, ਉਹ ਸਥਿਤੀ ਹੋਈ ਵੀ ਕੰਧ ਗਾਰੇ ਦੀ ਬਣਾਤੀ ਵੀ ਸੀਮੈਂਟ ਤੇ ਖਰਚਾ ਨਹੀਂ ਕਰਨਾ। ਇਹੋ ਜਿਹੀਆਂ ਨੌਕਰੀਆਂ ਮੈਂ 100 ਵਾਰੀ ਵਾਰਨ ਨੂੰ ਤਿਆਰ ਹਾਂ ਜੇ ਇਹਦੇ ਕਰਕੇ ਸਾਡੀ ਪਾਰਟੀ ਤੇ, ਸਾਡੀ ਫੈਮਿਲੀ ਤੇ ਜਾਂ ਸਾਡੇ ਲੀਡਰ ਤੇ ਕੋਈ ਇਲਜ਼ਾਮ ਲੱਗਦੇ ਨੇ, ਕੋਈ ਉਂਗਲ ਉਠਾਉਂਦਾ ਤੇ ਇਹੋ ਜਿਹੀ ਨੌਕਰੀ ਮੈਂ 100 ਵਾਰੀ ਛੱਡਣ ਨੂੰ ਤਿਆਰ ਹਾਂ। ਔਰ ਨਵਜੋਤ ਸਿੰਘ ਸਿੱਧੂ ਮੰਨ ਰਿਹਾ ਹੈ ਕਿ ਜਿਹੜਾ ਉਦੋਂ ਅਸੀਂ ਅਸੈਂਬਲੀ ਦਾ ਸੈਸ਼ਨ ਬਣਾਇਆ ਸੀ ਉਹ ਇੱਕ ਡਰਾਮਾ ਸੀ। ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਕੀ ਦੇਸ਼ ਦੇ ਵਿੱਚ ਤੀਲਾ ਹੋ ਚੁੱਕੀ ਹੈ ਔਰ ਦਿਸ ਇਜ਼ ਅ ਸਿੰਕਿੰਗ ਸ਼ਿਪ ਨਾਓ। ਮੈਨੂੰ ਇਹ ਲੱਗਦਾ ਹੈ ਕਿ ਇੱਕ ਗਲਤੀ ਕਰ ਲਈ ਕੈਪਟਨ ਅਮਰਿੰਦਰ ਨੇ। ਪਹਿਲੀ ਗਲਤੀ ਕਰ ਲਈ ਕੈਬਨਿਟ ਚੋਂ ਬਾਹਰ ਕਰਤਾ ਸੀ ਨਵਜੋਤ ਸਿੰਘ ਸਿੱਧੂ ਨੂੰ। ਦੂਜੀ ਗਲਤੀ ਕਰ ਲਈ ਨਵਜੋਤ ਸਿੰਘ ਸਿੱਧੂ ਨੂੰ ਲੰਚ ਤੇ ਚਾਹ ਤੇ ਸੱਦ ਲਿਆ, ਉਹ ਵੀ ਜਦੋਂ ਚੋਣਾਂ ਨੂੰ 6 ਮਹੀਨੇ ਰਹਿ ਗਏ। ਅੱਜ ਜਿੱਦਣ ਸਿੱਧੂ ਨੇ ਇੰਟਰਵਿਊ ਦਿੱਤੀ, ਪੱਤਰਕਾਰਾਂ ਨੂੰ ਬੁਲਾ ਕੇ ਪੂਰੇ ਲੈਕਚਰ ਸੁਣਾਏ ਜਿੱਦਣ ਸਿੱਧੂ ਨੇ, ਉਸ ਦਿਨ ਬਹੁਤ ਲੋਕ ਕਹਿੰਦੇ ਸੀ ਲਓ ਵੀ ਅੱਜ ਸਿੱਧੂ ਖਤਮ ਹੈ। ਮੈਨੂੰ ਵੀ 2-3 ਦੇ ਫੋਨ ਆਏ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਂਗਰਸ ਦੇ ਆਪਸੀ ਪਾਟੋ ਧਾੜ ਦੇ ਵਿੱਚ ਹੁਣ ਗੁੱਟਾਂ ਦੇ ਵਿੱਚੋਂ ਗੁੱਟ ਨਿਕਲਣੇ ਸ਼ੁਰੂ ਹੋ ਚੁੱਕੇ ਨੇ। ਇੱਕ ਗੁੱਟ ਮੰਨਿਆ ਜਾਂਦਾ ਸੀ ਜਿਸ ਦੇ ਵਿੱਚ ਸੁਨੀਲ ਜਾਖੜ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੇਖੇ ਜਾਂਦੇ ਸੀ, ਫਤਿਹ ਜੰਗ ਸਿੰਘ ਬਾਜਵਾ ਵੀ ਨਾਲ ਵੇਖੇ ਜਾਂਦੇ ਸੀ, ਰਾਕੇਸ਼ ਪਾਂਡੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੇਖੇ ਜਾਂਦੇ ਸੀ। ਪਰ ਇਹ ਗੁੱਟ ਆਪਸ ਦੇ ਵਿੱਚੋਂ ਵੱਖਰੇ ਹੋਏ ਨੇ। ਸੁਨੀਲ ਜਾਖੜ ਨੇ ਮਾਫੀ ਮੰਗਣ ਦੇ ਲਈ ਕਿਹਾ ਬਾਜਪਾ ਪਰਿਵਾਰ ਨੂੰ, ਪੰਜਾਬ ਦੇ ਲੋਕਾਂ ਤੋਂ ਤੇ ਪਾਰਟੀ ਤੋਂ। ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਇਸ ਦੇ ਪਿੱਛੇ ਕਾਰਨ ਕੀ ਹੈ, ਤੇ ਨਾਲ ਹੀ ਗੱਲਬਾਤ ਕਰਾਂਗੇ। ਵੱਡੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹੋਰ ਪ੍ਰਦਰਸ਼ਨ ਹੋਣਗੇ। ਬੀਤੇ ਦਿਨੇ ਵੀ ਖਿਡਾਰੀਆਂ ਦੇ ਉੱਤੇ ਜਿਸ ਤਰ੍ਹਾਂ ਦਾ ਵਰਤਾਰਾ ਖਿਡਾਰੀਆਂ ਦੇ ਨਾਲ ਹੋਇਆ ਉਹ ਵੀ ਨਿੰਦਣਯੋਗ ਹੈ। ਹਰ ਪਾਸੇ ਇਸ ਦੀ ਵੀ ਚਰਚਾ ਹੈ, ਉਸ ਦੇ ਉੱਤੇ ਗੱਲਬਾਤ ਰਹੇਗੀ। ਉਧਰ ਪ੍ਰਤਾਪ ਸਿੰਘ ਬਾਜਪਾ ਦੇ ਭਰਾ ਫਤਿਹ ਜੰਗ ਸਿੰਘ ਬਾਜਪਾ ਦੇ ਸਪੁੱਤਰਾਂ ਦੇ ਵੱਲੋਂ ਵੀ ਜੋ ਨੌਕਰੀ ਨੂੰ ਮਿਲੀ ਸੀ ਉਸ ਨੂੰ ਛੱਡ ਦਿੱਤਾ ਗਿਆ, ਉਸ ਦੇ ਬਾਰੇ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ। ਡੱਲਾ ਜੀ ਸਵਾਗਤ ਹੈ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜ਼ਿਕਰ ਕਰਾਂਗੇ ਕਿ ਫਤਿਹ ਜੰਗ ਸਿੰਘ ਬਾਜਪਾ ਦੇ ਪੁੱਤਰ ਜਦੋਂ ਨੌਕਰੀ ਛੱਡਦੇ ਨੇ ਉਸ ਵਕਤ ਪ੍ਰੈਸ ਕਾਨਫਰੰਸ ਹੁੰਦੀ ਆ, ਉਸ ਤੋਂ ਬਾਅਦ ਬਹੁਤ ਵੱਡਾ ਭੁਚਾਲ ਆਇਆ। ਜਿਸ ਤਰ੍ਹਾਂ ਦਾ ਬਿਆਨ ਫਤਿਹ ਜੰਗ ਸਿੰਘ ਬਾਜਪਾ ਨੇ ਵੱਖ-ਵੱਖ ਮੰਤਰੀਆਂ ਤੇ ਵਿਧਾਇਕਾਂ ਨੂੰ ਲੈ ਕੇ ਦਿੱਤਾ ਸੀ, ਉਹ 'ਚੋਂ ਸਿਰਫ ਇੱਕ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਜਿਨ੍ਹਾਂ ਨੇ ਜਵਾਬ ਦਿੱਤਾ, ਸੁਨੀਲ ਜਾਖੜ। ਉਹ ਕਹਿੰਦੇ ਕਿ ਬਾਜਪਾ ਪਰਿਵਾਰ ਮਾਫੀ ਮੰਗੇ ਤੇ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਹੈ। ਇਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਗਗਨ, ਬਹੁਤ ਵੱਡੇ ਤੁਸੀਂ ਸਵਾਲ ਕੀਤੇ ਨੇ, ਬਹੁਤ ਅਹਿਮ ਤੁਸੀਂ ਗੱਲਬਾਤ ਹੈ ਜਿਹੜੀ ਛੇੜੀ ਹੈ। ਕੱਲ੍ਹ ਫਤਿਹ ਜੰਗ ਬਾਜਵਾ ਨੇ ਪ੍ਰੈਸ ਕਾਨਫਰੰਸ ਕੀਤੀ ਆਪਣੇ ਦੋਵੇਂ ਪੁੱਤਰਾਂ ਦੇ ਨਾਲ, ਔਰ ਇਹ ਅਹੁਦਾ ਠੁਕਰਾਉਣ ਦਾ ਐਲਾਨ ਕੀਤਾ ਸੀ। ਨਾਲ ਹੀ ਇਲਜ਼ਾਮ ਲਾਤਾ ਸੀ ਫਤਿਹ ਜੰਗ ਬਾਜਵਾ ਨੇ ਕਿ ਮਲਾਈਦਾਰ ਪੋਰਟਫੋਲੀਓ ਦਾ ਆਨੰਦ ਮਾਣਿਆ ਕੁਝ ਲੋਕਾਂ ਨੇ। ਇਸ਼ਾਰਾ ਸੀ ਸੁਨੀਲ ਜਾਖੜ ਵੱਲ, ਇਸ਼ਾਰਾ ਸੀ ਤ੍ਰਿਪਤ ਰਜਿੰਦਰ ਬਾਜਵਾ ਵੱਲ, ਇਸ਼ਾਰਾ ਸੀ ਸੁਖ ਸਰਕਾਰੀਆ ਵੱਲ। ਫਤਿਹ ਜੰਗ ਬਾਜਵਾ ਕਹਿੰਦੇ ਇਹਨਾਂ ਦੇ ਭਤੀਜਿਆਂ ਨੇ, ਤ੍ਰਿਪਤ ਰਜਿੰਦਰ ਬਾਜਵਾ ਦੇ ਪੁੱਤ ਨੇ, ਚੇਅਰਮੈਨੀ ਵੀ ਹੰਡਾਈਆਂ ਨੇ। ਤੇ ਇਹ ਹੁਣ ਦੱਸਣ ਅਸੀਂ ਤਾਂ ਇੱਕ ਜਿਹੜਾ ਹੈ ਇੱਕ ਕੁਰਬਾਨੀ ਦੇ ਕੇ ਮਿਸਾਲ ਸੈੱਟ ਕਰਤੀ, ਤੇ ਇਹ ਮਲਾਈਦਾਰ ਪੋਰਟਫੋਲੀਓ ਸਾਂਭੇ ਹੋਏ ਨੇ। ਇਸ ਤਰੀਕੇ ਦਾ ਉਹਨਾਂ ਨੇ ਇਲਜ਼ਾਮ ਹੈ ਜਿਹੜਾ ਲਾਇਆ ਸੀ। ਔਰ ਫਤਿਹ ਜੰਗ ਬਾਜਵਾ ਦੇ ਇਲਜ਼ਾਮਾਂ ਤੋਂ ਬਾਅਦ ਸੁਨੀਲ ਜਾਖੜ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਇੱਕ ਬਿਆਨ ਜਾਰੀ ਕੀਤਾ। ਦੇਖੋ, ਮੈਨੂੰ ਇਹ ਲੱਗਦਾ ਕਿ ਜਿਹੜੀ 3 ਮੈਂਬਰੀ ਕਮੇਟੀ ਦੀ ਮੀਟਿੰਗ ਸੀ ਨਾ ਗਗਨ, ਉਹ ਮੀਟਿੰਗ ਤਾਂ ਸੀ ਕਾਂਗਰਸ ਇਕੱਠਾ ਕਰਨ ਲਈ, ਵੀ ਕਾਂਗਰਸ ਇਕੱਠੀ ਹੋ ਜੂਗੀ, ਪਰ ਕਾਂਗਰਸ ਖਿੰਡ ਗਈ, ਜਿਵੇਂ ਕੋਈ ਗਾਰੇ ਦੀ ਕੰਧ ਬਣਾ ਦਿੰਦਾ ਤੇ ਉੱਤੋਂ ਮੀਂਹ ਪੈ ਜਾਂਦਾ, ਉਹ ਸਥਿਤੀ ਹੋਈ ਵੀ ਕੰਧ ਗਾਰੇ ਦੀ ਬਣਾਤੀ ਵੀ ਸੀਮੈਂਟ ਤੇ ਖਰਚਾ ਨਹੀਂ ਕਰਨਾ, ਤੇ ਉੱਤੋਂ ਮੀਂਹ ਪੈ ਗਿਆ ਤੇ ਇੱਟਾਂ ਹੀ ਰਹਿ ਗਈਆਂ, ਗਾਰਾ ਨਿਕਲ ਗਿਆ। ਹੁਣ ਕਾਂਗਰਸ 'ਚ ਸਥਿਤੀ ਉਹੀ ਹੈ ਕਿ 3 ਮੈਂਬਰੀ ਕਮੇਟੀ ਨੇ ਇਸ ਤਰੀਕੇ ਨਾਲ ਜਾਂਚ ਕੀਤੀ ਕਿ ਕਾਂਗਰਸ ਪੰਜਾਬ 'ਚ ਖੇਰੂ ਹੋਈ ਮੈਨੂੰ ਨਜ਼ਰ ਆਉਂਦੀ ਹੈ। ਕੈਪਟਨ ਅਮਰਿੰਦਰ ਦਾ ਖੇਮਾ ਵੀ ਕਈ ਗੁੱਟਾਂ 'ਚ ਵੰਡਿਆ ਗਿਆ। ਸਿੱਧੂ ਦਾ ਤਾਂ ਖੇਮਾ ਕੋਈ ਨਹੀਂ, ਸਿੱਧੂ ਤਾਂ ਹਾਈ ਕਮਾਂਡ ਨਾਲ ਚੱਲਦਾ, ਔਰ ਉਹ ਕਹਿੰਦਾ 78 ਦੇ 78 ਮੇਰੇ ਨੇ, ਮੈਂ ਉਹਨਾਂ ਦਾ। ਸਿੱਧੂ ਨੇ ਤਾਂ ਗੱਲ ਮੁਕਾਤੀ। ਹੁਣ ਪ੍ਰਗਟ ਸਿੰਘ ਨੇ ਵੀ ਗੱਲ ਮੁਕਾਈ ਹੋਈ, ਉਹ ਵੀ ਪਲੇਅਰ ਹੈ, ਆਪ ਕਪਤਾਨ ਰਿਹਾ ਤੇ ਉਹ ਪਲੇਅਰ ਹੈ। ਉਹ ਸਾਰੀਆਂ
ਪੋਜੀਸ਼ਨਾਂ ਭੂਮਿਕਾਵਾਂ 'ਚ ਖੇਡ ਸਕਦਾ ਹੈ। ਹੁਣ ਮਸਲਾ ਇਹ ਹੈ, ਸੁਨੀਲ ਜਾਖੜ, ਪ੍ਰਤਾਪ ਬਾਜਵਾ, ਜਿਹੜੇ ਬਟਾਲੇ ਵਾਲੇ ਨੇ, ਅਸ਼ਵਨੀ ਸੇਖੜੀ, ਸ਼ਮਸ਼ੇਰ ਦੁੱਲੋਂ ਔਰ ਫਤਿਹ ਜੰਗ ਬਾਜਵਾ ਲੈ ਲਏ, ਜਿਹੜੇ ਦੂਸਰੇ ਲੀਡਰ ਨੇ ਨਾ ਗਗਨ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ, ਰਵਨੀਤ ਬਿੱਟੂ ਨੇ, ਇਹ ਸਾਰੇ ਅੱਜ ਤੱਕ ਧੜਿਆਂ ਦੀ ਸਿਆਸਤ ਕਰਦੇ ਰਹੇ ਨੇ। ਇਹ ਆਪਣੇ ਮੂੰਹੋਂ ਕਦੀ ਨਹੀਂ ਮੰਨੇ ਕਿ ਇਹ ਧੜਿਆਂ ਦੀ ਸਿਆਸਤ ਕਰਦੇ ਨੇ। ਹੁਣ ਤੁਸੀਂ ਦੇਖੋ, ਕੈਪਟਨ ਅਮਰਿੰਦਰ ਨੇ ਖੁੱਲ੍ਹਾ ਸਟੈਂਡ ਲਈ ਰੱਖਿਆ ਸੁਨੀਲ ਜਾਖੜ ਪਿੱਛੇ ਕਿ ਸਿੱਧੂ ਨੂੰ ਪ੍ਰਧਾਨ ਨਹੀਂ ਬਣਨ ਦੇਣਾ, ਮੈਂ ਚਾਹੁੰਦਾ ਕਿ ਗੈਰ ਸਿੱਖ ਪ੍ਰਧਾਨ ਬਣੇ ਤੇ ਸੁਨੀਲ ਜਾਖੜ ਪ੍ਰਧਾਨ ਰਹਿਣ। ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੁਨੀਲ ਜਾਖੜ ਸਿਧਾਂਤਕ ਤੌਰ ਤੇ ਕੈਪਟਨ ਅਮਰਿੰਦਰ ਦੇ ਖਿਲਾਫ ਹੋ ਗਏ ਨੇ। ਜਦੋਂ ਕੋਈ ਵਿਅਕਤੀ ਸਿਧਾਂਤਕ ਤੌਰ ਤੇ ਕਿਸੇ ਦੇ ਖਿਲਾਫ ਹੋ ਜੇ, ਉਹਨੂੰ ਅਸੀਂ ਫੁੱਟ ਤਾਂ ਨਹੀਂ ਕਹਿ ਸਕਦੇ, ਧੜੇਬੰਦੀ ਤਾਂ ਨਹੀਂ ਕਹਿ ਸਕਦੇ, ਪਰ ਵਿਚਾਰਾਂ ਦੇ ਵਖਰੇਵੇਂ ਨੇ ਪਾਰਟੀ ਖੰਡਾਤੀ। ਇਸ ਵਕਤ ਪੰਜਾਬ 'ਚ ਕਾਂਗਰਸ ਮੈਨੂੰ ਖਿੰਡੀ ਲੱਗਦੀ ਹੈ। ਕੱਲ੍ਹ ਅੰਕਿਤ ਬਾਂਸਲ ਦਾ ਵੀ ਬਿਆਨ ਆ ਗਿਆ ਸੀ ਵੀ ਕੈਪਟਨ ਹੀ ਕਾਂਗਰਸ ਹੈ। ਰਹੀ ਸਹੀ ਕਸਰ ਲੀਡਰਾਂ ਦੇ ਬਿਆਨਾਂ ਨੇ ਕੱਢਤੀ। ਅੱਜ ਫਤਿਹ ਜੰਗ ਬਾਜਵਾ ਨੇ ਵੀ ਜੇ ਆਪਣੇ ਪੁੱਤ ਦੀ ਕੁਰਬਾਨੀ ਦੇਣੀ ਹੈ ਨੌਕਰੀ ਦੀ, ਤੇ ਬਾਕੀਆਂ ਤੇ ਵੀ ਸਵਾਲ ਚੱਕਤੇ। ਸੋ ਕਈ ਲੀਡਰਾਂ ਦੇ ਪੁੱਤ, ਦੇਖੋ ਜ਼ਰੂਰੀ ਨਹੀਂ ਕਿ ਸਾਰੇ ਲੀਡਰਾਂ ਦੇ ਜਿਹੜੇ ਪੁੱਤਰ ਨੇ ਉਹ ਸਿਫਾਰਸ਼ਾਂ ਨਾਲ ਹੀ ਲੱਗੇ ਨੇ, ਇਹ ਸਾਰੇ ਆਪਣੀ ਕਾਬਲੀਅਤ 'ਤੇ ਲੱਗੇ ਹੋ ਸਕਦੇ ਨੇ। ਪਰ ਸਵਾਲ ਇਹ ਹੈ ਕਿ ਸਾਰੇ ਚੰਗੇ ਅਹੁਦਿਆਂ 'ਤੇ MLA, ਮੰਤਰੀ, ਸਾਬਕਾ ਮੰਤਰੀ, ਇਹਨਾਂ ਦੇ ਪੁੱਤਰ ਹੀ ਕਿਉਂ ਆਉਂਦੇ ਨੇ ਮੈਕਸਿਮਮ ਅਹੁਦਿਆਂ ਦੇ ਉੱਤੇ? ਇਹ ਤਾਂ ਹੋ ਗਿਆ ਪੋਲੀਟੀਕਲ ਸੀਟਾਂ ਦੀ ਵੰਡ। ਹੁਣ ਜੇ ਅਸੀਂ ਪੰਜਾਬ 'ਚ ਸ਼ਰਾਬ ਦੇ ਠੇਕਿਆਂ ਦੀ ਜਾਂਚ ਕਰ ਲਈਏ ਵੀ L13 ਕਿਹਨੂੰ ਮਿਲੇ ਨੇ ਭਾਈ, ਸ਼ਰਾਬ ਦੇ ਠੇਕੇ ਕੌਣ ਲੀਡਰ ਚਲਾ ਰਹੇ ਨੇ, ਲੈ ਕਿੰਨਾ ਪੋਲੀਟੀਕਲ ਘਮਸਾਨ ਪੈ ਜਾਊਗਾ ਗਗਨ ਪੰਜਾਬ 'ਚ, ਪੋਲੀਟੀਕਲ ਘਮਸਾਨ ਪੈ ਜਾਊਗਾ ਪੰਜਾਬ 'ਚ। ਇਸ ਕਰਕੇ ਹੁਣ ਸੁਨੀਲ ਜਾਖੜ ਦਾ ਮੈਂ ਬਿਆਨ ਦੱਸ ਦੇਵਾਂ। ਸੁਨੀਲ ਜਾਖੜ ਕਹਿੰਦੇ ਕਿ ਬਾਜਵਾ ਪਰਿਵਾਰ ਦੂਜਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮਾਫੀ ਮੰਗੇ। ਲਓ ਹੁਣ ਗੱਲ ਇੱਥੇ ਤੱਕ ਪਹੁੰਚ ਗਈ। ਜਾਖੜ ਸਾਹਿਬ ਕਹਿੰਦੇ ਬਾਜਵਾ ਪਰਿਵਾਰ ਨੂੰ, ਫਤਿਹ ਬਾਜਵਾ ਦੇ ਪਰਿਵਾਰ ਨੂੰ ਵੀ ਜਨਤਕ ਤੌਰ ਤੇ ਮਾਫੀ ਮੰਗੋ। ਉਹਨਾਂ ਨੇ ਬਿਆਨ ਜਾਰੀ ਕੀਤਾ, ਕਹਿੰਦੇ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ, ਸਗੋਂ ਉਹਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਇਆ। ਪਰ ਹੁਣ ਸੁਨੀਲ ਜਾਖੜ ਕਹਿੰਦੇ ਵੀ ਉਹਨਾਂ ਨੇ ਆਪਣੀ ਮੁੱਖ ਮੰਤਰੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ। ਮੁੱਖ ਮੰਤਰੀ ਸਟੈਂਡ ਲਈ ਬੈਠਾ ਹੈ, ਉਹ ਕਹਿੰਦਾ ਮੈਂ ਨੌਕਰੀਆਂ ਰੱਦ ਨਹੀਂ ਕਰਨੀਆਂ, ਦੇਣੀਆਂ ਹੀ ਦੇਣੀਆਂ ਨੇ। ਹੁਣ ਜਾਖੜ ਸਾਹਿਬ ਵੀ ਮੈਨੂੰ ਲੱਗਦਾ ਦੁਚਿੱਤੀ 'ਚ ਨੇ, ਜਾਖੜ ਸਾਹਿਬ ਵੀ ਮੈਨੂੰ ਦੁਚਿੱਤੀ 'ਚ ਲੱਗਦੇ ਨੇ, ਤੇ ਆਪਣੇ ਪਿਤਾ ਦੇ ਨਾਂ ਨੂੰ ਕਹਿੰਦੇ ਵੱਟਾ ਲਾਇਆ ਬਾਜਵਾ ਪਰਿਵਾਰ ਨੇ। ਉਹ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਨੌਕਰੀ ਛੱਡਣ ਦੀ ਬਜਾਏ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਕਹਿੰਦੇ ਕਿ ਚੰਗਾ ਹੋਵੇਗਾ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ਤੇ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੈਣ। ਜਾਖੜ ਕਹਿੰਦੇ ਜਿੱਥੋਂ ਤੱਕ ਅਜੇ ਵੀਰ ਜਾਖੜ ਦੇ ਚੇਅਰਮੈਨ ਹੋਣ ਦਾ ਸਵਾਲ ਹੈ, ਉਹਨਾਂ ਨੇ ਕਹਿੰਦੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖਜ਼ਾਨੇ ਤੋਂ 1 ਪੈਸਾ ਵੀ ਤਨਖਾਹ ਦੇ ਤੌਰ ਤੇ ਨਹੀਂ ਲਿਆ। ਅੱਛਾ, ਪਰ ਇਹੋ ਜਿਹੇ ਲੋਕ ਨੌਕਰੀ ਕਿਉਂ ਕਰਦੇ ਨੇ ਵੀ ਸਰਕਾਰੀ ਖਜ਼ਾਨੇ 'ਚੋਂ 1 ਵੀ ਪੈਸਾ ਤਨਖਾਹ ਤੇ ਨਹੀਂ ਲੈਣਾ? ਤਨਖਾਹ ਤਾਂ ਲੈਣੀ ਚਾਹੀਦੀ ਹੈ। ਜੇ ਤਨਖਾਹ ਦੇ ਫਿਰ ਘਰ ਦਾ ਖਰਚਾ ਕਿੱਦਾਂ ਚੱਲਦਾ? ਹੋਰ ਹੀਲੇ ਵਸੀਲੇ ਹੋਣਗੇ। ਕਹਿੰਦੇ ਨਾ ਹੀ ਕੋਈ ਲਾਭ ਲਿਆ। ਸੁਨੀਲ ਜਾਖੜ ਕਹਿੰਦੇ ਵੀ ਕੋਈ ਲਾਭ ਨਹੀਂ ਲਿਆ ਉਹਨਾਂ ਨੇ। ਇਹ ਤਾਂ ਜਾਂਚ ਦਾ ਵਿਸ਼ਾ ਜਾਖੜ ਸਾਹਿਬ, ਵੀ ਉਹਨਾਂ ਨੇ ਕੋਈ ਲਾਭ ਲਿਆ ਜਾਂ ਨਹੀਂ ਲਿਆ, ਇਹ ਤਾਂ ਜਾਂਚ ਹੋਊਗੀ ਤਾਂ ਪਤਾ ਲੱਗੂਗਾ। ਕਹਿੰਦੇ ਉਹਨਾਂ ਦੀ ਆਪਣੀ ਵਿਲੱਖਣ ਪਛਾਣ ਹੈ, ਉਹ ਚੰਗੀ ਗੱਲ ਹੈ। ਉਹਨਾਂ ਨੇ ਕਈ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਨੇ। ਕਹਿੰਦੇ ਸੰਯੁਕਤ ਰਾਸ਼ਟਰ ਨੇ ਵੀ ਹੰਢਣਸਾਰ ਖੁਰਾਕ ਪ੍ਰਣਾਲੀਆਂ ਦੇ ਡਿਜ਼ਾਈਨ ਲਈ ਇੱਕ ਸੰਮੇਲਨ ਸੀ, ਉਹਦੇ ਵਿੱਚ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ। ਚਲੋ ਕਾਬਲ ਨੇ। ਕਹਿੰਦੇ ਅਜੇ ਵੀਰ ਜਾਖੜ ਇਸ ਵੇਲੇ ਵੀ ਵਰਲਡ ਇਕਨੋਮਿਕ ਫੋਰਮ ਦੇ ਇੱਕ ਕੋਈ ਬੋਰਡ ਹੈ, ਉਹਦੇ ਵੀ ਮੈਂਬਰ ਨੇ, ਤੇ ਉਹਨਾਂ ਦੀ ਖੇਤੀ ਸੈਕਟਰ ਪ੍ਰਤੀ ਜਾਣਕਾਰੀ ਤੇ ਸਮਝ ਕਾਰਨ ਕਮਿਸ਼ਨ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਸਾਲਾਨਾ ਬਜਟ ਤੋਂ ਪਹਿਲਾਂ ਚਰਚਾ ਲਈ ਬੁਲਾਇਆ ਜਾਂਦਾ ਹੈ। ਪਰ ਅਜੇ ਵੀਰ ਜਾਖੜ ਉਹਨਾਂ ਨੂੰ ਇਹ ਜ਼ਰੂਰ ਕਹੋ ਵੀ ਤਨਖਾਹ ਜ਼ਰੂਰ ਲੈਣ। ਪ੍ਰਸ਼ਾਂਤ ਕਿਸ਼ੋਰ ਦੀ ਵੀ ਤਨਖਾਹ 1 ਰੁਪਈਆ ਲਾਈ ਹੈ, ਔਰ ਉਹਨੂੰ ਹੋਰ ਸਹੂਲਤਾਂ ਭੱਤੇ ਬਹੁਤ ਦਿੱਤੇ। ਹੁਣ ਗੱਲ ਇਹ ਹੈ ਵੀ ਇਹ ਜਾਖੜ ਸਾਹਿਬ ਨੇ ਤਾਂ ਸਪਸ਼ਟ ਕਰਤਾ ਵੀ ਉਹ ਲਾਭ ਦਾ ਅਹੁਦਾ ਹੀ ਨਹੀਂ ਕਹਿੰਦੇ ਕੋਈ ਲਾਭ ਨਹੀਂ ਲਿਆ, ਕੋਈ ਤਨਖਾਹ ਨਹੀਂ ਲੈ ਰਹੀ। ਹੁਣ ਰਹਿ ਗਈ ਗੱਲ ਤ੍ਰਿਪਤ ਰਜਿੰਦਰ ਬਾਜਵਾ ਦੀ ਤੇ ਸੁਖ ਸਰਕਾਰੀਆ ਦੀ। ਉਹਨਾਂ ਦਾ ਜਿਹੜਾ ਪੱਖ ਆਊਗਾ ਅਸੀਂ ਜ਼ਰੂਰ ਸਾਹਮਣੇ ਰੱਖਾਂਗੇ। ਪਰ ਗਗਨ ਇੱਕ ਗੱਲ ਸਾਫ਼ ਹੋ ਗਈ ਕਿ ਜਾਖੜ 'ਚ ਔਰ ਬਾਜਵਾ ਪਰਿਵਾਰ 'ਚ ਖੜਕ ਗਈ। ਹੁਣ ਜੇ ਕਾਂਗਰਸ ਦੀ ਹਾਈ ਕਮਾਂਡ ਨੇ ਬਾਜਵਾ ਪਰਿਵਾਰ ਤੇ ਜਾਖੜ ਪਰਿਵਾਰ ਦੀ ਕੋਈ ਸਾਂਝੀ ਡਿਊਟੀ ਲਾਉਣੀ ਹੋਵੇ ਤਾਂ ਦਿੱਕਤ ਹੈ। ਔਰ ਦੂਸਰੀ ਗੱਲ, ਹੁਣ ਸੁਨੀਲ ਜਾਖੜ ਪਿਛਲੀ ਵਾਰੀ ਗੁਰਦਾਸਪੁਰ ਤੋਂ 2 ਵਾਰ ਲੜ ਚੁੱਕੇ, 1 ਵਾਰ ਜਿੱਤੇ, 1 ਵਾਰ ਹਾਰੇ। ਅਬੋਹਰ ਤੋਂ MLA ਹਾਰ ਗਏ ਸੀ। ਕੀ ਸੁਨੀਲ ਜਾਖੜ ਦੁਬਾਰਾ ਅਬੋਹਰ ਤੋਂ ਇਲੈਕਸ਼ਨ ਲੜਨਗੇ? ਜੇ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਇਲੈਕਸ਼ਨ ਲੜਨੀ ਪੈ ਗਈ, ਉੱਥੇ ਫਿਰ ਬਾਜਵਾ ਪਰਿਵਾਰ ਨਾਲ ਵਾਹ ਪੈ ਜਾਣਾ। ਸੋ ਇਹ ਜਿਹੜੀ ਕਾਂਗਰਸ ਦੀ ਫੁੱਟ ਹੈ ਨਾ,
ਇਹ ਫਿਰ ਸੂਈਆਂ 'ਚ ਭਊਗੀ ਇਲੈਕਸ਼ਨਾਂ 'ਚ। ਅਗਰ ਜਾਖੜ ਸਾਹਿਬ ਨੂੰ ਗੁਰਦਾਸਪੁਰ ਟਿਕਟ ਦੇਤੀ ਫਿਰ ਪਤਾ ਨਹੀਂ ਬਾਜਵਾ ਪਰਿਵਾਰ ਨਾਲ ਚੱਲੂ ਜਾਂ ਨਾ ਚੱਲੂ। ਸੋ ਜਾਖੜ ਸਾਹਿਬ ਇਹ ਤਾਂ ਹੁਣ ਤੁਹਾਡੇ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਮੈਂ ਤਾਂ ਗੱਲ ਸੁਣਾ ਸਕਦਾ। ਸਾਰੀ ਗੱਲ ਸੁਣਾ ਦਿੰਦੇ ਹਾਂ ਜਿਵੇਂ ਇਲਜ਼ਾਮ ਲਾਏ ਫਤਿਹ ਜੰਗ ਬਾਜਵਾ ਨੇ, ਇੱਕ ਵਾਰੀ ਸੁਣ ਲਓ। ਸਾਰਾ ਕੰਮ ਉਹ ਆਪਣਾ ਜਾਖੜ ਸਾਹਿਬ ਦਾ ਮੈਨੂੰ ਕੱਲ ਇੱਕ ਸਵਾਲ ਸੀ ਵੀ ਕੈਪਟਨ ਸਾਹਿਬ ਦੇ ਜਿਹੜੇ ਐਡਵਾਈਜ਼ਰ ਬੜੇ ਮਾੜੇ ਆ ਗਏ ਨੇ, ਉਹਨਾਂ ਨੂੰ ਐਡਵਾਈਸ ਗਲਤ ਦੇ ਰਹੇ ਨੇ, ਉਸ ਗਲਤ ਐਡਵਾਈਸ ਦੇ ਉੱਤੇ ਗਲਤ ਫੈਸਲੇ ਹੋ ਰਹੇ ਨੇ। 4 ਸਾਲ ਸਭ ਐਡਵਾਈਸਾਂ ਠੀਕ ਸੀ। 4 ਸਾਲ ਦੀ ਜਿਹੜੇ ਤੁਸੀਂ ਨਾਲ ਲੱਗੇ ਸੀ, ਅੱਜ ਕਿਹੜੇ ਮਾੜੇ ਆਏ ਨੇ, ਮੈਂ ਇਹਨਾਂ ਕੋਲ ਪੁੱਛਣਾ ਚਾਹੁੰਦਾ। ਅੱਜ ਦੇ ਐਡਵਾਈਜ਼ਰ ਕਿਹੜੇ ਮਾੜੇ ਨੇ ਤੇ ਕਿਹੜਾ ਗਲਤ ਫੈਸਲਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਇਹ ਉਹਨਾਂ ਕੋਲ ਤੁਸੀਂ ਜ਼ਰੂਰ ਇਸ ਚੀਜ਼ ਦਾ ਜਵਾਬ ਮੰਗਣਾ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ। ਜਾਖੜ ਸਾਹਿਬ ਨੇ ਪਹਿਲੇ ਸੋਨੀਆ ਜੀ ਨੂੰ ਚਿੱਠੀ ਲਿਖੀ ਇਹਨਾਂ ਦੀ ਨੌਕਰੀ ਬਾਰੇ, ਅਗਲੇ ਦਿਨ ਮੈਨੂੰ ਫੋਨ ਕਰਦੇ ਆ, ਮੈਨੂੰ ਕਹਿੰਦੇ ਫਤਿਹ ਜੀ ਮੇਰਾ ਪ੍ਰਤਾਪ ਬਾਜਵਾ ਨਾਲ ਤੇ ਡਿਫਰੈਂਸਿਸ ਹੋ ਸਕਦੇ ਆ, ਮੈਂ ਤੁਹਾਡੀ ਬਹੁਤ ਇੱਜ਼ਤ ਮਾਨ ਤੇ ਤੁਸੀਂ ਮੇਰੀ ਇਲੈਕਸ਼ਨ 'ਚ ਬੜੀ ਮਦਦ ਕੀਤੀ ਹੈ, ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਵੀ ਅਰਜੁਨ ਨੇ ਮੇਰੀ ਇਲੈਕਸ਼ਨ 'ਚ ਬਹੁਤ ਮਦਦ ਕੀਤੀ ਹੈ। ਮੈਂ ਕਿਹਾ ਜਾਖੜ ਸਾਹਿਬ ਇਸੇ ਗੱਲ ਦਾ ਸਿਲਾ ਦੇ ਰਹੇ ਹੋ, ਹਾਂ ਅਸੀਂ ਕੋਈ ਆਊਟ ਆਫ ਦਾ ਵੇ ਜਾ ਕੇ ਕੋਈ ਚੀਜ਼ ਦਿੱਤੀ ਹੋਏ ਜਾਂ ਕਿ ਸਰਕਾਰ ਨੇ ਕੀਤਾ ਹੋਏ, ਅਸੀਂ ਤਾਂ ਉਹ ਵੀ ਲੈਣ ਨੂੰ ਤਿਆਰ ਨਹੀਂ। ਹੁਣ ਤੁਸੀਂ ਫਤਿਹ ਜੰਗ ਬਾਜਵਾ ਦੀ ਗੱਲ ਸੁਣੀ, ਫਤਿਹ ਜੰਗ ਬਾਜਵਾ ਦੇ ਪੁੱਤਰਾਂ ਦੀ ਵੀ ਗੱਲ ਮੈਂ ਕਹਿੰਦਾ ਗਗਨ ਇੱਕ ਵਾਰੀ ਸੁਣਾ ਦੇਣੀ ਚਾਹੀਦੀ ਹੈ, ਉਹਨਾਂ ਦੇ ਪੁੱਤਰ ਦੀ ਵੀ। ਸੋ ਉਹ ਕਹਿੰਦੇ ਮੈਂ ਨੌਕਰੀ ਛੱਡੀ, ਉਹਨਾਂ ਦੀ ਵੀ ਗੱਲ ਸੁਣ ਲਈ। ਜਿੱਥੇ ਸਾਡੇ ਦਾਦਾ ਜੀ ਨੇ ਆਪਣੀ ਲਾਈਫ ਪਾਰਟੀ ਵਾਸਤੇ, ਪੰਜਾਬ ਦੇ ਪੀਸ ਵਾਸਤੇ ਸੈਕਰੀਫਾਈਸ ਕਰਤੀ, ਤੇ ਇਹ ਨੌਕਰੀ ਤਾਂ ਬਹੁਤ ਛੋਟੀ ਚੀਜ਼ ਹੈ। ਇਹੋ ਜਿਹੀਆਂ ਨੌਕਰੀਆਂ ਮੈਂ 100 ਵਾਰੀ ਵਾਰਨ ਨੂੰ ਤਿਆਰ ਹਾਂ, ਜੇ ਇਹਦੇ ਕਰਕੇ ਸਾਡੀ ਪਾਰਟੀ ਤੇ, ਸਾਡੀ ਫੈਮਿਲੀ ਤੇ ਜਾਂ ਸਾਡੇ ਲੀਡਰ ਤੇ ਕੋਈ ਇਲਜ਼ਾਮ ਲੱਗਦੇ ਨੇ, ਕੋਈ ਉਂਗਲ ਉਠਾਉਂਦਾ, ਤੇ ਇਹੋ ਜਿਹੀ ਨੌਕਰੀ ਮੈਂ 100 ਵਾਰੀ ਛੱਡਣ ਨੂੰ ਤਿਆਰ ਹਾਂ। ਹੁਣ ਦੂਜੀ ਗੱਲ ਤੇ ਉਹਨਾਂ ਜੀ ਮੇਰੀ ਕ੍ਰੈਡੀਬਿਲਿਟੀ ਦੇ ਬਾਰੇ ਬਹੁਤ ਕੁਐਸਚਨਸ ਉੱਠੇ ਨੇ ਕਿ ਜੀ ਅਰਜੁਨ ਬਾਜਵਾ ਕਰਦੇ ਕੀ ਨੇ, ਕਰੋੜਾਂ ਦੀਆਂ ਗੱਡੀਆਂ ਤਾਂ ਚਲਾਉਂਦੇ ਨੇ, ਕਰੋੜਾਂ ਦੀਆਂ ਕੋਠੀਆਂ ਨੇ ਇਹਨਾਂ ਕੋਲ। ਕਿਸੇ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਰਜੁਨ ਬਾਜਵਾ ਦੀ ਕੁਆਲੀਫਿਕੇਸ਼ਨ ਕੀ ਹੈ? ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਨੈਸ਼ਨਲ ਲੈਵਲ ਤੇ ਬਾਸਕਟਬਾਲ, ਹਾਕੀ, ਗੋਲਫ ਦਾ ਪਲੇਅਰ ਰਹਿ ਚੁੱਕਿਆ। ਫਿਟਨੈਸ ਦੇ ਅੰਦਰ ਮੈਂ ਪੂਰਾ, ਆਈ ਹੈਵ ਸਟੱਡੀਡ ਇਨ ਦ ਮੋਸਟ ਪ੍ਰੈਸਟੀਜੀਅਸ ਸਕੂਲ ਇਨ ਦਿਸ ਕੰਟਰੀ ਕਾਲਡ ਦ ਲਾਰੈਂਸ ਸਕੂਲ ਸਨਾਰ। ਜੇ ਮੈਂ ਵਧੀਆ ਕਾਲਜ ਚੱਲ ਗਿਆ, ਵਧੀਆ ਸਕੂਲ ਚੋਂ ਗ੍ਰੈਜੂਏਟ ਹੋ ਗਿਆ, ਮੇਰੇ ਕੋਲ BBA ਦੀ ਡਿਗਰੀ ਹੈ, ਸਾਰੀਆਂ ਕੁਆਲੀਫਿਕੇਸ਼ਨਸ ਨੇ, ਤੇ ਹਾਊ ਡਸ ਦੈਟ ਸਟਾਪ ਮੀ ਫਰੋਮ ਕਲੇਮਿੰਗ ਮਾਈ ਰਾਈਟ? ਹਾਊ ਡਸ ਦੈਟ ਸਟਾਪ ਪੀਪਲ ਟੂ ਟੈਲ ਮੀ ਅਬਾਊਟ ਮਾਈ ਗ੍ਰੈਂਡਫਾਦਰ ਸੈਕਰੀਫਾਈਸ ਕਿ 34 ਸਾਲਾਂ ਬਾਅਦ ਜੀ ਕਿੱਦਾਂ ਦੇ ਰਹੇ ਹੋ? ਕੋਈ ਸ਼ਹਾਦਤ ਦੀ ਕੋਈ ਐਕਸਪਾਇਰੀ ਡੇਟ ਹੁੰਦੀ ਹੈ ਕਿ ਮਹਾਤਮਾ ਗਾਂਧੀ ਅੱਜ ਤੋਂ ਕਿੰਨੇ ਸਾਲਾਂ ਪਹਿਲੇ ਸ਼ਹੀਦ ਹੋ ਗਏ, ਆਪਾਂ ਕਹਿ ਨਹੀਂ ਜੀ 20 ਸਾਲ ਹੋ ਗਏ ਬਸ ਮਹਾਤਮਾ ਗਾਂਧੀ ਨੂੰ ਭੁੱਲ ਜਾਈਏ ਫਿਰ ਆਪਾਂ? ਇਹ ਕਿੱਥੋਂ ਦਾ ਜਸਟਿਸ ਹੈ? ਉਹਨਾਂ ਦੀ ਵੀ ਆਪਾਂ ਗੱਲ ਸੁਣਾਈ। ਗਗਨ ਹੁਣ ਸਵਾਲ ਇਹ ਹੈ, ਕਈ ਵਾਰੀ ਵਕਤ ਰਹਿੰਦੇ ਫੈਸਲਾ ਕੀਤਾ ਜਾਣਾ ਸਿਆਸਤ 'ਚ ਬਹੁਤ ਜ਼ਰੂਰੀ ਹੈ। ਅਗਰ ਬਾਜਵਾ ਪਰਿਵਾਰ ਜਿਸ ਦਿਨ ਇਹ ਨੌਕਰੀ ਮੰਤਰੀ ਮੰਡਲ ਨੇ ਦੱਸੀ ਹੈ, ਉਸੇ ਦਿਨ ਅਜੇ ਵੀਰ ਅਰਜੁਨ ਬਾਜਵਾ, ਫਤਿਹ ਬਾਜਵਾ ਦੇ ਪੁੱਤਰ ਕਹਿ ਦਿੰਦੇ ਕਿ ਮੈਂ ਇਹ ਨੌਕਰੀ ਨਹੀਂ ਕਰਨੀ, ਜੋ ਪੰਜਾਬ ਦਾ ਮਾਹੌਲ ਹੈ, ਜੋ ਇਲਜ਼ਾਮ ਲੱਗ ਰਹੇ ਨੇ, ਮੈਂ ਇਹ ਨੌਕਰੀ ਨਹੀਂ ਕਰਨੀ। ਅਗਰ ਪਹਿਲੇ ਦਿਨ ਹੀ ਬਾਜਵਾ ਪਰਿਵਾਰ ਇਸ ਨੌਕਰੀ ਨੂੰ ਠੁਕਰਾ ਦਿੰਦਾ ਗਗਨ, ਤੇ ਅੱਜ ਇੱਕ ਮਿਸਾਲ ਕਾਇਮ ਹੋਣੀ ਸੀ। ਹੁਣ ਸਥਿਤੀਆਂ ਉਹੋ ਜਿਹੀਆਂ ਬਣ ਗਈਆਂ ਜਿਵੇਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਸੀ। ਸੋ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਬੀਬੀ ਹਰਸਿਮਰਤ ਕੌਰ ਬਾਦਲ ਜਦ ਤੱਕ ਕਾਨੂੰਨ ਪਾਸ ਹੋ ਕੇ ਲਾਗੂ ਨਹੀਂ ਕਰਤੇ ਕੇਂਦਰ ਦੀ ਸਰਕਾਰ ਨੇ, ਤਦ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਸਰਕਾਰ ਦਾ ਹਿੱਸਾ ਸੀ। ਜਦੋਂ ਦੇਸ਼ ਭਰ ਦੇ ਕਿਸਾਨ, ਪੰਜਾਬ ਭਰ ਦੇ ਕਿਸਾਨ, ਦੁਨੀਆ ਭਰ ਦੇ ਪੰਜਾਬੀ ਵਿਰੋਧ 'ਚ ਆ ਗਏ, ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ, ਪੰਜਾਬ ਦੇ ਲੋਕ ਪੱਥਰ ਤੋੜ ਕੇ ਟਰੈਕਟਰਾਂ ਸਮੇਤ ਪਹੁੰਚ ਗਏ ਦਿੱਲੀ, ਜਦੋਂ ਹੜ੍ਹ ਆ ਗਿਆ ਵਿਰੋਧ ਦਾ, ਉਦੋਂ ਬੀਬੀ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ ਤੇ ਕਈ ਅਕਾਲੀਆਂ ਨੇ ਵਿੱਚੋਂ ਆਵਾਜ਼ ਕੱਢਤੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੁਰਬਾਨੀ ਦਿੱਤੀ। ਹੁਣ ਅੱਜ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਕਿ ਹਰਸਿਮਰਤ ਕੌਰ ਬਾਦਲ ਨੇ ਕੁਰਬਾਨੀ ਕੀਤੀ ਹੈ। ਸੋ ਕਈ ਵਾਰੀ ਕਹਿੰਦੇ ਆ ਨਾ ਜੀ, ਵਕਤ ਰਹਿੰਦੇ ਫੈਸਲੇ ਕਰ ਲੈਣੇ ਚਾਹੀਦੇ। ਮੈਂ ਅੱਗੇ ਕਈ ਵਾਰੀ ਕਹਿਣਾ, 10ਵੀਂ ਦੇ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀ ਦਾ ਟਿਊਸ਼ਨ ਰਖਾਉਣ ਦਾ ਕੋਈ ਫਾਇਦਾ ਨਹੀਂ। 10ਵੀਂ ਦੇ ਨੰਬਰਾਂ ਦੇ ਆਧਾਰ 'ਤੇ ਹੀ 11ਵੀਂ 'ਚ ਦਾਖਲੇ ਹੋਣੇ ਨੇ, ਫਿਰ ਤਾਂ 11ਵੀਂ ਦੀ ਟਿਊਸ਼ਨ ਹੀ ਰਖਾਈ ਜਾਵੇ। ਸੋ ਸਮੇਂ ਰਹਿੰਦੇ ਸਾਰੇ ਕੰਮ ਹੋ ਜਾਣ, ਉਹ ਚੰਗਾ ਹੁੰਦਾ। ਸੋ ਇੱਥੇ ਬਾਜਵਾ ਪਰਿਵਾਰ ਨੇ ਚੰਗਾ ਕੰਮ ਕੀਤਾ, ਦੇਰ ਆਏ ਦਰੁਸਤ ਆਏ, ਪਰ ਸਿਆਸੀ ਲਾਹਾ ਨਹੀਂ ਉਹਨਾਂ ਬਾਜਵਾ ਪਰਿਵਾਰ ਨੂੰ ਮਿਲਣਾ, ਤੇ ਕੁਰਬਾਨੀ ਵੀ ਨਹੀਂ ਮੈਨੂੰ ਲੱਗਦਾ ਕਿਸੇ ਨੇ ਮੰਨਣੀ। ਇਹਨਾਂ ਦੇ ਜਿਹੜੇ ਆ ਮੁੰਡੇ ਨੂੰ ਨੌਕਰੀ ਮਿਲੀ ਸੀ ਬਾਜਵਾ ਦੇ ਪਰਿਵਾਰ ਦੇ, 27 ਸਾਲਾ ਨੌਜਵਾਨ ਨੂੰ, ਇਹਦੇ ਦਾਦਾ ਜੀ ਸ਼ਹੀਦ ਹੋਏ ਸੀ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ, ਉਹਨਾਂ ਨੂੰ ਸਲਾਮ ਹੈ, ਪਰ
ਇਹ ਤੁਹਾਡੀ ਨੌਕਰੀ ਛੱਡਣਾ ਕੁਰਬਾਨੀ ਦੇ ਮੈਨੂੰ ਲੱਗਦਾ ਹੈ ਇਹ ਦਾਇਰੇ 'ਚ ਲੋਕਾਂ ਨੇ ਨਹੀਂ ਮੰਨਣਾ। ਇਹ ਸਿਰਫ ਇਹ ਮੰਨਿਆ ਜਾਊਗਾ ਕਿ ਤੁਸੀਂ ਪੰਜਾਬ ਦੇ ਦੁੱਖ ਨੂੰ ਸਮਝਦੇ ਹੋਏ ਆਪਣੀ ਨੌਕਰੀ ਆ ਜਿਹੜੀ ਹੁਣ ਛੱਡਣ ਦਾ ਫੈਸਲਾ ਕੀਤਾ, ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਿਲਕੁਲ ਡੱਲਾ ਸਾਹਿਬ, ਤੇ ਨਾਲ ਹੀ ਜਿਸ ਤਰ੍ਹਾਂ ਦਾ ਇਹ ਰੋਜ਼ਗਾਰ 2 ਜਣਿਆਂ ਨੂੰ ਦਿੱਤਾ ਗਿਆ ਸੀ, ਇਸ ਤੋਂ ਬਾਅਦ ਕਈ ਬੇਰੁਜ਼ਗਾਰਾਂ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਬੀਤੇ ਦਿਨ ਤੋਂ ਚੰਡੀਗੜ੍ਹ ਦੇ ਵਿੱਚੋਂ ਵੀ ਇੱਕ ਤਸਵੀਰਾਂ ਸਾਹਮਣੇ ਆਈਆਂ ਸੀ। ਕੁਝ ਖਿਡਾਰੀ ਸੀ, 14 ਤੋਂ 15 ਦੇ ਕਰੀਬ ਖਿਡਾਰੀ ਜਿਹੜੇ ਸਰੀਰਕ ਤੌਰ ਦੇ ਉੱਤੇ ਵੀ ਅਪੰਗ ਨੇ, ਤੇ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਆਪਣੀਆਂ ਸਾਰੀਆਂ ਮੈਡਲ ਤੇ ਆਪਣੀਆਂ ਟਰਾਫੀਆਂ ਲੈ ਕੇ ਗਏ। ਕੁਝ ਅਜਿਹੇ ਵੀ ਸੀ ਜਿਨ੍ਹਾਂ ਦੇ ਕੋਲ ਪੰਜਾਬ ਦਾ ਬਹੁਤ ਵੱਡਾ ਸਨਮਾਨ, ਜਿਹਨੂੰ ਰਣਜੀਤ ਅਵਾਰਡ ਕਿਹਾ ਜਾਂਦਾ, ਮਹਾਰਾਜਾ ਰਣਜੀਤ ਸਿੰਘ ਅਵਾਰਡ ਕਿਹਾ ਜਾਂਦਾ, ਉਹ ਵੀ ਉਹਨਾਂ ਦੇ ਕੋਲ ਸੀ। ਉਹ ਟਰਾਫੀਆਂ ਨਾਲ ਲੈ ਕੇ ਗਏ ਸੀ। ਉਹਨਾਂ ਦੇ ਨਾਲ ਉੱਥੇ ਜਿਸ ਤਰ੍ਹਾਂ ਦੀ ਖਿੱਚ ਧੂ ਹੋਈ ਹੈ, ਜਿਸ ਤਰ੍ਹਾਂ ਉਹਨਾਂ ਨੂੰ ਘੜੀਸਿਆ ਤੱਕ ਗਿਆ ਹੈ, ਇਹ ਅਜਿਹੇ ਦੌਰ ਦੇ ਵਿੱਚ ਕੁੱਟਿਆ ਗਿਆ, ਖਿੱਚ ਧੂ ਕੇ ਕੁੱਟਿਆ ਗਿਆ ਜਿਸ ਤਰੀਕੇ ਨਾਲ, ਇਹ ਬਹੁਤ ਨਿੰਦਣਯੋਗ ਸੀ। ਚੰਡੀਗੜ੍ਹ ਪੁਲਿਸ ਤੋਂ ਇਹ ਆਸ ਨਹੀਂ ਸੀ। ਚੰਡੀਗੜ੍ਹ ਦੀ ਪੁਲਿਸ ਕੇਂਦਰ ਦੇ ਅਧੀਨ ਹੈ, ਸੋ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਸੀ ਜਦੋਂ ਉਹ ਪ੍ਰੋਟੈਸਟ ਕਰਨ ਆ ਰਹੇ ਸੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਤਾਂ ਆਪਣਾ ਟੀਚਾ ਪੂਰਾ ਕਰਨ ਲੱਗੇ ਹੋਣੇ ਆ। 6 ਮਹੀਨੇ ਦਾ ਅਲਟੀਮੇਟਮ ਕਹਿੰਦੇ ਉਹਨਾਂ ਨੂੰ ਦੇਤਾ। ਹਾਈ ਕਮਾਂਡ ਤੋਂ ਜੋ ਉਹਨਾਂ ਨੂੰ ਸੁਨੇਹੇ ਆਏ ਨੇ ਉਹਦੇ 'ਚ ਲੱਗੇ ਹੋਣੇ ਨੇ। ਬਾਕੀ ਕੈਪਟਨ ਅਮਰਿੰਦਰ ਜੋੜ ਤੋੜ 'ਚ ਵੀ ਲੱਗੇ ਹੋਣੇ ਨੇ ਵੀ ਮੇਰੇ ਨਾਲ ਅੱਜ ਕਿੰਨੇ MLA ਨੇ, ਕਿੰਨੇ ਹੱਕ 'ਚ ਨੇ, ਕਿੰਨੇ ਖਿਲਾਫ 'ਚ ਨੇ, ਕਿਉਂਕਿ ਕੈਪਟਨ ਅਮਰਿੰਦਰ ਨੂੰ ਬਹੁਤ ਸਰਗਰਮੀ ਕਰਨੀ ਪੈ ਰਹੀ ਹੈ ਪਿਛਲੇ ਮਹੀਨੇ ਕੁ ਤੋਂ। ਮੈਨੂੰ ਇਹ ਲੱਗਦਾ ਹੈ ਕਿ ਇੱਕ ਗਲਤੀ ਕਰ ਲਈ ਕੈਪਟਨ ਅਮਰਿੰਦਰ ਨੇ। ਪਹਿਲੀ ਗਲਤੀ ਕਰ ਲਈ, ਕੈਬਨਿਟ 'ਚੋਂ ਬਾਹਰ ਕਰਤਾ ਸੀ ਨਵਜੋਤ ਸਿੰਘ ਸਿੱਧੂ ਨੂੰ। ਦੂਜੀ ਗਲਤੀ ਕਰ ਲਈ, ਨਵਜੋਤ ਸਿੰਘ ਸਿੱਧੂ ਨੂੰ ਲੰਚ ਤੇ ਚਾਹ ਤੇ ਸੱਦ ਲਿਆ, ਉਹ ਵੀ ਜਦੋਂ ਚੋਣਾਂ ਨੂੰ 6 ਮਹੀਨੇ ਰਹਿ ਗਏ, ਕੈਬਨਿਟ 'ਚੋਂ ਬਾਹਰ ਕਰਨ ਤੋਂ 1.5 ਸਾਲ ਬਾਅਦ। ਤੀਜੀ ਗਲਤੀ ਕੈਪਟਨ ਅਮਰਿੰਦਰ ਨੇ ਕਰਤੀ ਇਹ ਕਹਿ ਕੇ ਵੀ ਨਵਜੋਤ ਸਿੰਘ ਸਿੱਧੂ ਦੀ ਕੇਜਰੀਵਾਲ ਨਾਲ ਮੀਟਿੰਗ ਹੈ। ਔਰ ਨਵਜੋਤ ਸਿੰਘ ਸਿੱਧੂ ਇਹ ਤਿੰਨੇ ਚੀਜ਼ਾਂ ਹਾਈ ਕਮਾਂਡ ਦੇ ਧਿਆਨ 'ਚ ਪਾਉਂਦਾ ਰਿਹਾ। ਔਰ ਨਵਜੋਤ ਸਿੰਘ ਸਿੱਧੂ ਨੇ ਪਤਾ ਲੱਗਿਆ ਹੈ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਕੋਲੇ ਇਸ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਨਾ ਜੀ, ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਹਿਤਾ ਸੀ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਕਿ ਅਗਰ ਇਸ ਮਾਮਲੇ ਦੀ ਤੁਸੀਂ ਕੋਈ ਅੰਦਰੂਨੀ ਜਾਂਚ ਕਰਾ ਕੇ ਮੈਨੂੰ ਕਲੀਨ ਚਿੱਟ ਨਾ ਦਿੱਤੀ ਤੇ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਕਰ ਜਾਣਾ ਸੀ। ਸੋ ਕਿਤੇ ਨਾ ਕਿਤੇ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਵੀ ਪਤਾ ਲੱਗਿਆ, ਘਬਰਾ ਗਏ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹਨਾਂ ਦਾ ਜਿਹੜਾ ਬਿਆਨ ਹੈ ਵੀ ਉਹ ਸਿੱਧੂ ਕਹਿੰਦਾ ਸੱਚਾ ਹੋਇਆ ਤਾਂ ਮੈਂ ਸਿਆਸਤ ਛੱਡ ਜੂ, ਤੇ ਜੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੱਚਾ ਹੋਇਆ ਮੈਂ ਸਿਆਸਤ ਵੀ ਛੱਡ ਜੂ ਤੇ ਕਾਂਗਰਸ ਵੀ ਛੱਡ ਜੂ। ਤੇ ਉਹ ਜਾਂਚ ਕਰਾਈ ਉਹਨਾਂ ਨੇ, ਪਤਾ ਇਹ ਲੱਗਿਆ ਕਿ ਉਹ ਟਰਨਿੰਗ ਪੁਆਇੰਟ ਸੀ। ਕੈਪਟਨ ਅਮਰਿੰਦਰ ਨੇ ਜਿਹੜਾ ਬਿਆਨ ਦਿੱਤਾ ਨਾ ਵੀ ਸਿੱਧੂ ਦੀ ਕੇਜਰੀਵਾਲ ਨਾਲ ਮੀਟਿੰਗ ਆ, ਉੱਥੋਂ ਹਾਈ ਕਮਾਂਡ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨਾਰਾਜ਼ ਹੋ ਗਏ। ਕੈਪਟਨ ਅਮਰਿੰਦਰ ਬਾਰੇ ਇਹ ਧਾਰਨਾ ਬਣ ਗਈ ਵੀ ਕੈਪਟਨ ਅਮਰਿੰਦਰ ਨਵਜੋਤ ਸਿੰਘ ਸਿੱਧੂ ਨੂੰ ਹੋਰ ਖੂੰਜੇ ਲਾਉਣਾ ਚਾਹੁੰਦਾ ਹੈ। ਵੈਸੇ ਤਾਂ ਪਹਿਲਾਂ ਖੂੰਜੇ ਲਾਇਆ ਸੀ ਕੈਪਟਨ ਅਮਰਿੰਦਰ ਨੇ ਮੰਤਰੀ ਹਟਾ ਕੇ, ਪਰ ਉਹ ਸਿੱਧੂ ਲੱਗਿਆ ਨਹੀਂ ਖੂੰਜੇ। ਸਿੱਧੂ ਆਪ ਹੀ ਅਸਤੀਫਾ ਦੇ ਗਿਆ ਸੀ। ਸਿੱਧੂ ਨੇ ਆਪ ਹੀ ਆਪਣਾ ਇੱਕ ਤੈਅ ਕਰ ਲਿਆ ਮਿਸ਼ਨ ਵੀ ਮੈਂ ਕੀ ਕਰਨਾ। ਔਰ ਘਰੇ ਬੈਠਾ ਸਿੱਧੂ ਨੂੰ ਬਨਵਾਸ ਸੀ ਜਿਹੜਾ ਸਿੱਧੂ ਨੂੰ, ਉਹ ਰਾਸ ਆ ਗਿਆ, ਬਾਬੇ ਨਾਨਕ ਦੀ ਮਿਹਰ ਹੋ ਗਈ। ਸੋ ਕੈਪਟਨ ਅਮਰਿੰਦਰ ਦੀਆਂ ਸਿਆਸੀ ਗਲਤੀਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਫਾਇਦਾ ਮਿਲਦਾ ਗਿਆ। ਕਹਿੰਦੇ ਨੇ ਨਾ ਵੀ ਜਿਹੜਾ ਸੱਚ ਹੈ, ਸੱਚ ਤੋਂ ਵੱਡਾ ਸੱਚ ਕੋਈ ਨਹੀਂ ਹੁੰਦਾ ਤੇ ਸੱਚ ਨੂੰ ਝੂਠ ਬਣਾਇਆ ਨਹੀਂ ਜਾ ਸਕਦਾ। ਸਿਆਸੀ ਤੌਰ ਤੇ ਸਿੱਧੂ ਪੰਜਾਬ ਪ੍ਰਤੀ ਚੰਗੇ ਏਜੰਡੇ ਲੈ ਕੇ ਬੈਠਾ ਸੀ ਤੇ ਬਾਬੇ ਦੀ ਕਿਰਪਾ ਸਿੱਧੂ ਤੇ ਫੁੱਲ ਹੈ। ਇਹੀ ਕਾਰਨ ਰਿਹਾ ਮੈਨੂੰ ਲੱਗਦਾ ਗਗਨ ਕਿ ਨਵਜੋਤ ਸਿੰਘ ਸਿੱਧੂ ਸਿਆਸੀ ਤੌਰ ਤੇ ਕੈਪਟਨ ਅਮਰਿੰਦਰ ਤੋਂ ਹਜੇ ਤੱਕ ਤਾਂ ਉੱਤੇ ਹੈ। ਕੁਝ ਲੋਕਾਂ ਨੂੰ ਪਹਿਲਾਂ ਲੱਗਦਾ ਸੀ ਵੀ ਕੈਪਟਨ ਉੱਪਰ ਹੈ, ਸਿੱਧੂ ਬਹੁਤ ਪਿੱਛੇ ਰਹਿ ਗਿਆ, ਸਿੱਧੂ ਗਿਆ, ਕਈ ਕਹਿੰਦੇ ਸੀ ਸਿੱਧੂ ਗਿਆ। ਹੁਣ ਅੱਜ ਜਿੱਦਣ ਸਿੱਧੂ ਨੇ ਇੰਟਰਵਿਊ ਦਿੱਤੀ, ਪੱਤਰਕਾਰਾਂ ਨੂੰ ਬੁਲਾ ਕੇ ਪੂਰੇ ਲੈਕਚਰ ਸੁਣਾਏ ਜਿੱਦਣ ਸਿੱਧੂ ਨੇ, ਉਹ ਦਿਨ ਬਹੁਤ ਲੋਕ ਕਹਿੰਦੇ ਸੀ ਲਓ ਵੀ ਅੱਜ ਸਿੱਧੂ ਖਤਮ ਹੈ। ਮੈਨੂੰ ਵੀ 2-3 ਦੇ ਫੋਨ ਆਏ, ਪਰ ਮੈਨੂੰ ਇਹ ਲੱਗਦਾ ਸੀ ਕਿ ਅਗਰ ਸਿੱਧੂ ਸੱਚਾ ਤੇ ਫਿਰ ਹਿਲਦਾ ਨਹੀਂ। ਤੇ ਉਹੀ ਗੱਲ ਹੋਈ, ਅਗਲੇ ਦਿਨ ਕੈਪਟਨ ਅਮਰਿੰਦਰ ਦਿੱਲੀ ਚਲੇ ਜਾਂਦੇ ਨੇ ਤੇ ਸਥਿਤੀਆਂ ਹੁਣ ਤੁਹਾਡੇ ਸਾਹਮਣੇ ਆ। ਹੁਣ ਬਦਲ ਗਈ ਸਥਿਤੀ। ਸੋ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿਆਸੀ ਗਲਤੀਆਂ ਕਰ ਗਏ ਜਿਹਦੇ ਕਰਕੇ ਨੁਕਸਾਨ ਹੋਇਆ। ਆ ਵਿਦਿਆਰਥੀਆਂ ਨੂੰ ਵੀ ਅਗਰ ਕੈਪਟਨ ਅਮਰਿੰਦਰ ਬੁਲਾ ਲੈਂਦੇ, ਖਿਡਾਰੀਆਂ ਨੂੰ 16 ਤੋਂ 20 ਸੀ, ਤੇ ਕਹਿ ਦਿੰਦੇ ਵੀ ਤੁਹਾਨੂੰ ਸਾਰਿਆਂ ਨੂੰ ਮੈਂ ਬੱਚਿਆਂ ਨੂੰ ਆਪ ਨੌਕਰੀਆਂ ਦਿੰਨਾ। ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਵੇਲੇ ਕੈਪਟਨ ਨੇ ਕਿਹਾ ਸੀ ਕਿ ਜੇ ਕੋਈ ਹੋਰ ਸ਼ਹੀਦ ਨੇ, ਕੋਈ ਜ਼ਰੂਰਤਮੰਦ ਨੇ, ਕੋਈ ਹੱਕਦਾਰ ਨੇ ਤੇ ਲਿਆਓ। ਇਹ ਖਿਡਾਰੀ ਸੀ, ਇਹਨਾਂ ਨੂੰ ਵਾਅਦਾ ਕੀਤਾ ਸੀ ਸਰਕਾਰ ਨੇ, ਲਾਰਾ ਲਾਇਆ ਸੀ ਵੀ ਨੌਕਰੀਆਂ ਦੇਵਾਂਗੇ। ਔਰ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਪੁਲਿਸ ਨੇ ਧੂ ਕੇ ਇਹਨਾਂ ਨੂੰ ਕੁੱਟਿਆ ਗਗਨ, ਅੱਖਾਂ 'ਚੋਂ ਹੰਝੂ ਆ ਗਏ ਅੱਜ ਪੰਜਾਬੀਆਂ ਦੇ ਅੱਖਾਂ 'ਚੋਂ ਹੰਝੂ ਆ ਗਏ, ਦਿਲ ਰੋ ਪਏ ਪੰਜਾਬੀਆਂ ਦੇ। ਔਰ ਬੜੀਆਂ ਬਦਦੁਆਵਾਂ ਉਹਨਾਂ ਲੋਕਾਂ ਨੇ ਲਈਆਂ ਹੋਣੀਆਂ ਜਿਨ੍ਹਾਂ ਨੇ ਆਹ ਕੁੱਟਮਾਰ ਕੀਤੀ ਹੈ। ਭਾਵੇਂ ਉਹਦੇ ਪਿੱਛੇ ਸਿਆਸਤ ਹੈ, ਪੁਲਿਸ ਵਾਲੇ ਵਿਚਾਰੇ ਆਪ ਨਹੀਂ ਕੁੱਟਣਾ ਚਾਹੁੰਦੇ ਹੋਣੇ ਗਗਨ, ਜਿਨ੍ਹਾਂ ਨੇ ਆਹ ਖਿੱਚ ਤੂੰ ਕੀਤੀ ਹੈ, ਕੋਈ ਵੱਡੀ ਗੱਲ ਨਹੀਂ, ਉਹਨਾਂ ਨੇ ਵੀ ਘਰੇ ਜਾ ਕੇ ਰੋਟੀ ਨਹੀਂ ਖਾਧੀ ਹੋਣੀ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਲਾਹਨਤਾਂ ਪਾਈਆਂ ਹੋਣੀਆਂ
ਵੀ ਕਿਹੋ ਜੀ ਤੁਸੀਂ ਨੌਕਰੀ ਕਰਦੇ ਹੋ, ਐਡਾ ਤੁਸੀਂ ਇੰਨਾ ਤਸ਼ੱਦਦ ਕਰਕੇ ਆਏ ਹੋ। ਘਰਾਂ 'ਚ ਵੀ ਉਹਨਾਂ ਨੂੰ ਲਾਹਨਤਾਂ ਪਈਆਂ ਹੋਣੀਆਂ। ਉਹ ਕਹਿੰਦੇ ਹੋਣੇ ਵੀ ਪਹਿਲਾਂ ਸਾਨੂੰ ਸਿਆਸਤ ਨਹੀਂ ਸਾਨੂੰ ਮਰਜ਼ੀ ਕਰਨ ਦਿੰਦੀ, ਤੇ ਘਰੇ ਵੀ ਸਾਨੂੰ ਹੁਣ ਲਾਹਨਤਾਂ ਪੈ ਰਹੀਆਂ ਨੇ, ਪੈਣੀਆਂ ਸੀ ਲਾਹਨਤਾਂ, ਇਹੋ ਜਿਹੇ ਕੰਮ ਪਿੱਛੇ ਪੈਂਦੀਆਂ ਨੇ। ਸੋ ਇਹੋ ਜਿਹੇ ਮਾਮਲੇ 'ਤੇ ਤਾਂ ਪੁਲਿਸ ਨੂੰ ਮਨੁੱਖਤਾ ਵਾਲਾ ਪੱਖ ਲੈਣਾ ਚਾਹੀਦਾ, ਮਨੁੱਖੀ ਅਧਿਕਾਰਾਂ ਦਾ ਪੱਖ ਲੈਣਾ ਚਾਹੀਦਾ। ਦੇਖੋ ਪੁਲਿਸ ਤਾਂ ਰਖਵਾਲੀ ਹੈ, ਕਾਨੂੰਨ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ। ਮਨੁੱਖੀ ਅਧਿਕਾਰਾਂ ਦੀ ਸਮਝ ਪੁਲਿਸ ਨੂੰ ਕਿੰਨੀ ਹੈ? ਹੁਣ ਜਿਹੜੇ ਲੋਕਾਂ ਦੇ ਅੰਗ ਪੂਰੇ ਨਹੀਂ, ਜਿਹੜੇ ਲੋਕ ਦੇਖਣ ਤੋਂ ਚੱਲਣ ਤੋਂ ਅਸਮਰੱਥ ਨੇ, ਸਰੀਰਕ ਪੱਖੋਂ ਅਸਮਰੱਥ ਨੇ, ਤੁਸੀਂ ਉਹਨਾਂ ਨੂੰ ਘੜੀਸ ਰਹੇ ਹੋ। ਮੈਂ ਇੱਕ ਤਸਵੀਰ ਦੇਖੀ, ਸੜਕ ਤੇ ਘੜੀਸ ਰਹੇ ਸੀ 3-4 ਖਿਡਾਰੀਆਂ ਨੂੰ ਫੜ ਕੇ। ਉਹਨਾਂ ਦੇ ਮੈਡਲ ਵਿਚਾਰਿਆਂ ਦੇ ਡਿੱਗ ਗਏ, ਟੁੱਟ ਗਏ, ਸਰਟੀਫਿਕੇਟ ਓਰੀਜਨਲ ਲੈ ਕੇ ਆਏ ਸੀ, ਗੁੰਮ ਗਏ। ਉਹਨਾਂ ਨੂੰ ਇਹ ਸੀ ਵੀ ਜੇ ਕਿਸੇ ਨੇ ਸਰਟੀਫਿਕੇਟ ਮੰਗ ਲਏ ਨੌਕਰੀਆਂ ਲਈ ਤੇ ਫੋਟੋ ਸਟੇਟ ਨਾਲ ਕੰਮ ਨਹੀਂ ਚੱਲਣਾ, ਤੇ ਜੇ ਅਸੀਂ ਦੁਬਾਰਾ ਸਰਟੀਫਿਕੇਟ ਲੈ ਕੇ ਆਵਾਂਗੇ ਤੇ ਸਾਨੂੰ ਮੰਤਰੀਆਂ ਨੇ ਲੱਭਣਾ ਨਹੀਂ। ਕਈ ਅਸਲੀ ਸਰਟੀਫਿਕੇਟ ਲੈ ਕੇ ਆਏ ਸੀ, ਉੱਥੇ ਗੁੰਮ ਗਏ ਹੋਣੇ ਗਗਨ। ਸੋ ਬਹੁਤ ਉਹਨਾਂ ਦਾ ਦਿਮਾਗੀ ਤੌਰ 'ਤੇ ਨੁਕਸਾਨ ਹੋਇਆ, ਮਾਨਸਿਕ ਤੌਰ 'ਤੇ ਨੁਕਸਾਨ ਹੋਇਆ, ਔਰ ਖੇਡ ਨੂੰ ਬਹੁਤ ਨੁਕਸਾਨ ਹੋਇਆ। ਇੱਕ ਵਾਰੀ ਉਹਨਾਂ ਦੇ ਦਰਦ ਦੀ ਗੱਲ ਉਹਨਾਂ ਦੀ ਜ਼ੁਬਾਨੀ ਸੁਣਾ ਵੀ ਦਿਓ। ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਟੈਲੀਫੋਨ ਕਰਨ ਲੱਗ ਗਏ। ਟੈਲੀਫੋਨ ਕਰਕੇ ਇੱਕ ਨੂੰ ਖਿਡਾਰੀ ਨੂੰ ਕੈਪਟਨ ਅਮਰਿੰਦਰ ਨੇ ਭਰੋਸਾ ਦਿੱਤਾ ਵੀ ਅਸੀਂ ਅਗਲੀ ਕੈਬਨਿਟ ਮੀਟਿੰਗ 'ਚ ਤੁਹਾਨੂੰ ਨੌਕਰੀਆਂ ਦੇਵਾਂਗੇ, ਤੇ ਅਸੀਂ ਇਹਦਾ ਇਰਾਦਾ ਤੈਅ ਕਰ ਲਿਆ। ਹੁਣ ਦੇਣੀਆਂ ਪੈਣੀਆਂ ਕੈਪਟਨ ਅਮਰਿੰਦਰ ਨੂੰ। ਸੋ ਹੁਣ ਕੈਪਟਨ ਅਮਰਿੰਦਰ ਨੂੰ ਦੇਣੀਆਂ ਪੈਣੀਆਂ, ਸਿਆਸੀ ਮਜਬੂਰੀ ਹੈ। ਹੁਣ ਤਾਂ ਜੇ ਨੌਕਰੀਆਂ ਨਾ ਵੀ ਹੁੰਦੀਆਂ ਗਗਨ, ਕੈਪਟਨ ਅਮਰਿੰਦਰ ਦੀ ਸਰਕਾਰ ਨੇ ਇੱਧਰ ਉੱਧਰੋਂ ਕੱਢ ਲੈਣੀਆਂ ਸੀ, 2-4 ਬੰਦੇ ਇੱਧਰ ਉੱਧਰ ਕਰਕੇ ਕੱਢ ਲੈਣੀਆਂ ਸੀ ਵੀ ਬਣਾਓ ਕੋਈ ਏਜੰਡਾ। ਗੱਲ ਸੁਣਾ ਦਿਓ ਸਾਰਿਆਂ ਦੀ। हम किसी को चोट पहुंचाने जा रहे हैं मैडम, हमारा तो एक हाथ ही नहीं है, हम तो आपको भी नहीं रोक सकते। आप हमें मार रहे हो तो क्यों आप हमसे हाथ स्लाइस कर रहे हो, क्यों मार रहे हो हमको? हम आप ही की बहनें हैं, हमारी आप ही की फैमिली मेंबर है। आज आपको नौकरी मिल गई है तो आप आज हम पे हाथ उठा रहे हैं। कहीं आप भी हमारी तरह सड़कों पे धक्के खा रही होती ना, फिर आपकी बातें कुछ अलग होती। आज आप सरकारी नौकरी पे हैं इसलिए आपके मुंह में जुबान है, हमारे पास सरकारी नौकरी नहीं है। हमने देश का नाम रोशन किया है। मारिए, डंडों से मारिए, कैसे भी मारिए, क्योंकि आपके पास पावर है। मैं उन्होंने ये किसी नाल करा दो, मैं दसदा उन्होंने ये तो ਅਸੀਂ ਸਪੋਰਟਸ ਮਿਨਿਸਟਰ ਨੂੰ ਕਹਿ ਚੁੱਕੇ ਹਾਂ, ਐਂਡ ਦੇ ਆਰ ਇੱਕ ਇਹ ਅਗਲੇ ਕੈਬਨਿਟ ਦੇ ਵਿੱਚ ਲੈ ਕੇ ਆ ਰਿਹਾ ਸਪੋਰਟਸ ਮਿਨਿਸਟਰ। ਹਾਂ ਬੇਟਾ ਤੁਸੀਂ ਸਤਿ ਸ਼੍ਰੀ ਅਕਾਲ ਬੇਟਾ, ਤੁਹਾਡੇ ਜਿਹੜੀ ਪ੍ਰੋਬਲਮਸ ਨੇ ਵੀ ਹੈਵ ਆਲਰੇਡੀ ਡਿਸਕਸ, ਅਸੀਂ ਡਿਸਕਸ ਕਰ ਚੁੱਕੇ ਹਾਂ, ਔਰ ਸੋਢੀ ਸਾਹਿਬ ਇਹਨੂੰ ਅਗਲੀ ਕੈਬਨਿਟ ਦੇ ਵਿੱਚ ਲੈ ਕੇ ਆ ਰਹੇ ਨੇ। ਤਾਂ ਅਸੀਂ ਪਹਿਲਾਂ ਹੀ ਪਾਲਿਸੀ ਬਣਾ ਰਹੇ ਹਾਂ ਤੁਹਾਡੀ, ਸੋ ਫਿਕਰ ਨਾ ਕਰੋ। ਸਾਡੀ ਸਿੰਪਥੀ ਟੋਟਲੀ ਤੁਹਾਡੇ ਨਾਲ ਹੈ, ਤੋ ਅਸੀਂ ਇਹ ਵਾਰੀ ਨਾ ਕਰੋ। ਆਮ ਸੌਰੀ ਤੁਹਾਡੇ ਨਾਲ ਅੱਜ ਇਹ ਪੁਲਿਸ ਵਾਲਿਆਂ ਨੇ ਕੋਈ ਗੜਬੜ ਕੀਤੀ ਹੈ, ਮੈਂ ਉਹਨਾਂ ਦਾ ਦੇਖਾਂਗਾ, ਬਟ ਤੁਸੀਂ ਯੂ ਡੋਂਟ ਵਰੀ। ਜਿੱਥੇ ਤਾਈਂ ਤੁਹਾਡੀ ਪਾਲਿਸੀ ਹੈ ਸਾਡਾ ਫਰਜ਼ ਬਣਦਾ ਹੈ, ਐਂਡ ਵੀ ਵਿਲ ਡੂ ਇਟ। ਬਿਲਕੁਲ। ਸੋ ਗੱਲ ਤੁਸੀਂ ਖਿਡਾਰੀਆਂ ਦੀ ਵੀ ਸੁਣੀ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਜਿਸ ਤਰ੍ਹਾਂ ਇਹਨਾਂ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਉਹ ਵੀ ਸੁਣੀ ਹੈ। ਡੱਲਾ ਸਾਹਿਬ, ਜਿਸ ਤਰ੍ਹਾਂ ਤੁਸੀਂ ਇੱਕ ਪੁਰਾਣੇ ਬਿਆਨ ਦਾ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰ ਰਹੇ ਸੀ, ਉਹ ਕਹਿੰਦੇ ਕਿ ਜੇਕਰ ਇਹਨਾਂ ਤੋਂ ਇਲਾਵਾ ਕੋਈ ਹੋਰ ਆ ਜਿਨ੍ਹਾਂ ਦੇ ਪਰਿਵਾਰਾਂ 'ਚ ਕਿਸੇ ਨੇ ਸ਼ਹੀਦੀ ਦਿੱਤੀ ਹੈ ਤਾਂ ਉਹ ਵੀ ਆਉਣ, ਮੈਂ ਨੌਕਰੀ ਦੂੰਗਾ। ਇਸ ਦੱਸਦੀ ਕਿ ਇਸ ਬਿਆਨ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਸੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ 'ਚ ਕੋਈ ਹੈ ਜਿਨ੍ਹਾਂ ਦੇ ਪਰਿਵਾਰਾਂ 'ਚ ਕਿਸੇ ਨੇ ਸ਼ਹੀਦੀ ਦਿੱਤੀ ਹੈ ਤਾਂ ਉਹ ਆਉਣ ਤੇ ਮੈਂ ਉਹਨੂੰ ਨੌਕਰੀ ਦੇਵਾਂਗਾ। ਸਿਰਫ ਇਹ ਪੋਲੀਟੀਕਲ ਪਾਰਟੀਆਂ ਦੇ ਲਈ ਆਫਰ ਸੀਗਾ, ਇਹ ਆਮ ਲੋਕਾਂ ਦੇ ਲਈ ਆਫਰ ਨਹੀਂ ਸੀ। ਬਿਲਕੁਲ ਸਹੀ ਗੱਲ ਹੈ। ਔਰ ਮੈਂ ਗੱਲ ਕੀਤੀ ਵੀ ਇੱਕ ਵੋਟ ਪਾਉਣ ਗਏ ਸੀ ਸਾਡੇ, ਉਹਨਾਂ ਦਾ ਸੰਬੰਧ ਸ਼ਾਇਦ ਬਸਪਾ ਨਾਲ ਸੀ, ਚਰਨਜੀਤ ਸਿੰਘ ਨੇ, ਲੁਧਿਆਣੇ ਲਾਗੇ ਇੱਕ ਉਹਨਾਂ ਦਾ ਪਿੰਡ ਹੈ, ਸਿਆਣੀ ਉਮਰ ਹੈ। ਉਹਨਾਂ ਦੇ ਪਿੰਡ 'ਚ ਬਾਂਗੜ ਪਿੰਡ ਹੈ, ਉਹਨਾਂ ਦੇ ਪਿੰਡ 'ਚ ਗਗਨ ਪਤਾ ਲੱਗਿਆ ਹੈ ਕਿ 5 ਲੋਕ ਮਾਰਤੇ ਸੀ 1992 'ਚ ਜਦੋਂ ਵੋਟਾਂ ਦਾ ਬਾਈਕਾਟ ਸੀ। ਉਹ ਵੋਟਾਂ ਪਾਇਆ ਇਹ ਚਰਨਜੀਤ ਸਿੰਘ, ਇਹ ਉਦੋਂ ਆਪ ਪੋਲਿੰਗ ਏਜੰਟ ਸੀ, ਕਹਿੰਦੇ ਇਹਨਾਂ ਦਾ ਬਸਪਾ ਨਾਲ ਸੰਬੰਧ ਸੀ ਜੋ ਮੈਨੂੰ ਪਤਾ ਲੱਗਿਆ। ਔਰ ਜਿੱਥੇ ਇਹ ਪਿੰਡ 'ਚ 5 ਲੋਕ ਸ਼ਹੀਦ ਹੋਏ, ਉੱਥੇ ਕਾਂਸ਼ੀ ਰਾਮ ਕਈ ਵਾਰੀ ਗਏ, 2 ਵਾਰੀ ਕਾਂਸ਼ੀ ਰਾਮ ਜਾ ਕੇ ਆਏ। ਉੱਥੇ ਜਸਵੀਰ ਸਿੰਘ ਗੜੀ ਵੀ ਜਾ ਕੇ ਆਏ ਨੇ ਜਦੋਂ ਸ਼ਹੀਦੀ ਸਮਾਗਮ ਹੁੰਦਾ। ਤੇ ਚਰਨਜੀਤ ਦਾ ਇੱਕ ਭਰਾ ਸੀ, ਉਹ ਸ਼ਹੀਦ ਕਰਤਾ ਅੱਤਵਾਦੀਆਂ ਨੇ, ਤੇ ਇਹਨਾਂ ਦੇ ਪਿਤਾ ਜੀ ਸ਼ਹੀਦ ਕਰਤੇ। ਤੇ ਹੁਣ ਚਰਨਜੀਤ ਹੋਣੀ ਇੰਨੇ ਆਪ ਪੜ੍ਹੇ ਲਿਖੇ ਨਹੀਂ ਹੈਗੇ, ਪਰਿਵਾਰ 'ਚ ਨੌਕਰੀ ਨਹੀਂ ਕੋਈ ਦੇਣ ਨੂੰ ਤਿਆਰ, ਘਰ ਦਾ ਬਹੁਤ ਬੁਰਾ ਹਾਲ ਹੈ, ਕੋਈ ਆਮਦਨ ਦਾ ਸਾਧਨ ਨਹੀਂ, ਬੱਚੇ ਪੜ੍ਹੇ ਹੋਏ ਨੇ। ਇੱਕ ਨੇ ਪਤਾ ਲੱਗਿਆ ITI ਕੀਤੀ ਹੈ, ਇੱਕ ATI ਹੁੰਦੀ ਉਹ ਕੀਤੀ, ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਤੋਂ ਪੜ੍ਹੇ ਨੇ। ਸੋ ਸਰਕਾਰ ਉਹ ਸ਼ਹੀਦਾਂ ਦੀ ਕੈਟਾਗਰੀ ਚਾਹੁੰਦੇ ਨੇ। ਦੇਖੋ ਵਲੰਟੀਅਰ ਸੀ ਪੋਲੀਟੀਕਲ, ਤੇ ਤੁਸੀਂ ਦੇਖ ਲਓ ਸਰਕਾਰਾਂ ਦਾ ਹਾਲ। ਚਰਨਜੀਤ ਸਿੰਘ ਉਹਨਾਂ ਦੀ ਗੱਲ ਵੀ ਇੱਕ ਵਾਰੀ ਸੁਣਾ ਦੀ। ਮੇਰਾ ਨਾਮ ਚਰਨਜੀਤ ਸਿੰਘ ਆ ਜੀ, ਪਿਤਾ ਦਾ ਨਾਮ ਮੇਰਾ ਨਛੱਤਰ ਸਿੰਘ ਸੀਗਾ, ਤੇ ਮੇਰੇ ਛੋਟੇ ਬ੍ਰਦਰ ਦਾ ਨਾਮ ਸਵਰਨਜੀਤ ਸਿੰਘ, ਤੇ ਜਿਹੜੇ ਨਾਲ ਸ਼ਹੀਦ ਕੀਤੇ ਗਏ ਨਾਜਰ ਸਿੰਘ, ਹਰਜਿੰਦਰ ਸਿੰਘ, ਅਮਰ ਸਿੰਘ, ਦੋਨੇ ਸਗੇ ਭਰਾ ਸੀਗੇ। 1992 ਤੋਂ ਲੈ ਕੇ ਜਦ ਚੁਣਾਵ ਦੇ ਵੋਟਾਂ ਦੌਰਾਨ ਅਸੀਂ ਵੋਟਾਂ ਪਾਈਆਂ ਸੀਗੀਆਂ, ਵੋਟਾਂ ਦੌਰਾਨ ਸਾਡੇ ਵੀ ਤੁਸੀਂ ਵੋਟਾਂ ਕਿਉਂ ਪਾਈਆਂ ਨੇ, ਲੋਕਤੰਤਰ ਨੂੰ ਬਹਾਲ ਕਰਿਆ। ਤੇ
ਸਾਡੇ ਮਾਰਨਾ ਮੈਨੂੰ ਸੀਗਾ, ਮਾਰਨਾ ਮੈਨੂੰ, ਮੇਰਾ ਢੇਰ 'ਚ ਦਾਣਾ ਸੀ, ਮੈਂ ਬਚ ਗਿਆ, ਮੈਂ ਘਰੇ ਨਹੀਂ ਸੀਗਾ। ਤੇ ਮੇਰਾ ਭਰਾ ਸਵਰਨਜੀਤ ਸਿੰਘ ਰਿਹਾ ਠਾਲ ਕੇ ਸੁੱਤਿਆ ਪਿਆ ਨੂੰ ਠਾਲ ਕੇ ਲਿਜਾ ਕੇ ਬਾਹਰ ਜਾ ਕੇ ਗੋਲੀਆਂ ਮਾਰਤੀਆਂ। ਅੱਜ ਵੀ ਉਹ ਨਿਸ਼ਾਨ ਉੱਥੇ ਮੌਜੂਦ ਨੇ, ਕਿਤੇ ਜਿਹੜੀ ਕੰਧ ਨਾਲ ਕਢਾ ਕੇ ਗੋਲੀਆਂ ਮਾਰੀਆਂ ਨੇ। ਪਰ ਅਸੀਂ ਜੇਕਰ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਗਈ ਆ ਤੇ ਸਾਨੂੰ ਵੀ ਦੇਣੀ ਚਾਹੀਦੀ ਆ। ਤਰਸ ਦੇ ਆਧਾਰ 'ਤੇ ਅਸੀਂ ਵੀ ਅਪਲਾਈ ਕਰਿਆ ਸੀਗਾ ਵੀ ਤਰਸ ਦੇ ਆਧਾਰ 'ਤੇ ਨੌਕਰੀ, ਪੜ੍ਹੇ ਲਿਖੇ ਨੌਜਵਾਨ ਲੜਕੇ ਫਿਰਦੇ ਨੇ। ਜੇਕਰ ਵਿਧਾਇਕ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਗਈ ਆ ਤੇ ਅਸੀਂ ਵੀ ਲੋਕਤੰਤਰ ਨੂੰ ਬਹਾਲ ਕਰਿਆ, ਵੋਟਾਂ ਪਾਈਆਂ ਸੀਗੀਆਂ ਤੇ ਵੋਟਾਂ ਦੌਰਾਨ ਸਾਡੇ ਨਾਲ ਇਹ ਕਾਂਡ ਵਾਪਰਿਆ ਤੇ ਸਾਨੂੰ ਵੀ ਮਿਲਣੀ ਚਾਹੀਦੀ ਨੌਕਰੀ। ਸੋ ਦੇਖੋ ਗਗਨ, ਕਿੰਨਾ ਦੁਖੀ ਅਵਸਥਾ ਦੇ ਵਿੱਚ ਸੀ ਚਰਨਜੀਤ ਸਿੰਘ ਹੋਣੀ। ਸੋ ਜ਼ਰੂਰ ਸਰਕਾਰ ਨੂੰ ਇਹ ਨੌਕਰੀ ਮਿਲਣੀ ਚਾਹੀਦੀ, ਔਰ ਮੈਂ ਕੋਸ਼ਿਸ਼ ਵੀ ਕਰੂੰਗਾ ਕਿ ਬਸਪਾ ਜਿਹੜੇ ਪ੍ਰਧਾਨ ਨੇ ਜਸਬੀਰ ਸਿੰਘ ਗੜੀ, ਉਹਨਾਂ ਨੂੰ ਨਿੱਜੀ ਤੌਰ ਤੇ ਵੀ ਮੈਂ ਟੈਲੀਫੋਨ ਕਰਕੇ ਬੇਨਤੀ ਕਰਾਂ ਤੇ ਇਹਨਾਂ ਦੀ ਜਾਣਕਾਰੀ ਦੇਵਾਂ ਔਰ ਕਹਾਂ ਕਿ ਤੁਸੀਂ ਮੈਮੋਰੰਡਮ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਓ, ਜਿਹੜੇ ਥਾਂ ਤੇ ਦਾਅਵੇ ਕਰਦੇ ਸੀ ਕਿ ਜੇ ਕੋਈ ਹੋਰ ਵੀ ਸ਼ਹੀਦ ਨੇ, ਜਾਇਜ਼ ਸ਼ਹੀਦ ਨੇ। ਦੇਖੋ ਇੱਥੇ ਤਰਸ ਵੀ ਬਣਦਾ ਤੇ ਇੱਥੇ ਸ਼ਹਾਦਤ ਨੂੰ ਸਲਾਮ ਵੀ ਬਣਦਾ ਇਸ ਪਰਿਵਾਰ 'ਚ। ਸੋ ਜ਼ਰੂਰ ਜਸਬੀਰ ਸਿੰਘ ਗੜੀ ਉਹਨਾਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਾਂਹ ਫੜਨੀ ਚਾਹੀਦੀ ਇਸ ਪਰਿਵਾਰ ਦੀ ਤੇ ਲੈ ਕੇ ਜਾਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਕੋਲੇ ਚਰਨਜੀਤ ਉਹਨਾਂ ਨੂੰ, ਤਾਂ ਕਿ ਜਦੋਂ ਕੈਬਨਿਟ ਦੀ ਮੀਟਿੰਗ 'ਚ ਖਿਡਾਰੀਆਂ ਦੇ ਨੌਕਰੀ ਦੇ ਮਤੇ ਪਾਸ ਹੋਣੇ ਨੇ ਤਾਂ ਇਸ ਪਰਿਵਾਰ ਨੂੰ ਵੀ ਨੌਕਰੀ ਦਾ ਮਤਾ ਪਾਸ ਹੋ ਜੇ। ਸੋ ਜ਼ਰੂਰ ਇਹ ਇਸ ਵਕਤ ਕੀਤਾ ਜਾਣਾ ਚਾਹੀਦਾ ਹੈ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਸਾਰੇ ਪਾਸੇ ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਤੇ ਸਿਆਸਤ ਸਾਰੇ ਪਾਸੇ ਪੱਕੀ ਹੋਈ ਹੈ। ਡੱਲਾ ਸਾਹਿਬ, ਉੱਧਰ ਜਿਸ ਤਰ੍ਹਾਂ ਦਾ ਹਾਲਾਤ ਕਾਂਗਰਸ ਦੇ ਵਿੱਚ ਚੱਲ ਰਹੇ ਨੇ, ਇਹਨਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਲਗਾਤਾਰ ਆਪੋ ਆਪਣੇ ਪੱਧਰ ਦੇ ਉੱਤੇ ਸਿਆਸਤ ਕਰ ਰਹੀਆਂ ਨੇ। ਹਰ ਇੱਕ ਦੇ ਵੱਲੋਂ ਸਿਆਸੀ ਰੋਟੀ ਸੇਕੀ ਜਾ ਰਹੀ ਹੈ ਇਸ ਭਖ ਦੇ ਕਾਂਗਰਸੀ ਤਵੇ ਦੇ ਉੱਤੇ। ਅਕਾਲੀ ਦਲ ਵੀ ਪ੍ਰੈਸ ਕਾਨਫਰੰਸ ਕਰਕੇ, ਆਮ ਆਦਮੀ ਪਾਰਟੀ ਵੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਪੰਜਾਬ ਨੂੰ ਲਵਾਰਿਸ ਛੱਡ ਕੇ ਆਪਣੀਆਂ ਲੜਾਈਆਂ ਦੇ ਵਿੱਚ ਕਾਂਗਰਸ ਉਲਝੀ ਹੋਈ ਹੈ। ਦੇਖੋ ਉਹ ਤਾਂ ਹੈ ਹੀ ਹੈ, ਇਸ ਵਕਤ ਧਿਆਨ ਤਾਂ ਪੰਜਾਬ 'ਚ ਹੋਣਾ ਚਾਹੀਦਾ ਸੀ ਤੇ ਕਾਂਗਰਸ ਉਲਝੀ ਪਈ ਹੈ। ਕਾਂਗਰਸ ਉਲਝੀ ਪਈ ਹੈ। ਕਈ ਵਾਰੀ ਕਹਿੰਦੇ ਨੇ ਨਾ, ਬਹੁਤੀ ਕਾਹਲੀ ਅੱਗੇ ਟੋਏ। ਸੋ ਕਾਂਗਰਸ ਨਾਲ ਉਹ ਚੀਜ਼ ਵਰਤੀ। ਕਾਂਗਰਸ ਨੂੰ ਇਹ ਲੱਗਦਾ ਸੀ ਵੀ ਅਸੀਂ ਆ ਨਗਰ ਕਮੇਟੀਆਂ ਤੇ ਕੌਂਸਲਾਂ ਦੀਆਂ ਕੁਝ ਇਲੈਕਸ਼ਨਾਂ ਜਿੱਤ ਗਈਆਂ, ਵੀ ਸਾਡੀ ਤਾਂ ਸਰਕਾਰ ਬਣੀ ਪਈ ਹੈ। ਉਦੋਂ ਜਾਖੜ ਸਾਹਿਬ ਨੇ ਬਿਆਨ ਦਿੱਤਾ ਸੀ, ਜਿਹੜੇ ਅੱਜ ਜਾਖੜ ਸਾਹਿਬ ਬਾਜਵਾ ਨੂੰ ਕਹਿੰਦੇ ਆ ਵੀ ਮਾਫੀ ਮੰਗੋ ਜਨਤਕ ਤੌਰ ਤੇ, ਇਹੀ ਜਾਖੜ ਸਾਹਿਬ ਕਹਿੰਦੇ ਸੀ ਵੀ 2022 ਦੀਆਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੜਾਂਗੇ। ਤੇ ਬਾਅਦ 'ਚ ਸੁਨੀਲ ਜਾਖੜ ਹੋਣਾ ਨੇ ਵੀ ਯੂ ਟਰਨ ਮਾਰਿਆ। ਸੋ ਸੁਨੀਲ ਜਾਖੜ ਹੋਣੀ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਹਿੰਦੇ ਜ਼ਰੂਰ ਹੈ ਵੀ ਕੈਪਟਨ ਅਮਰਿੰਦਰ ਦੇ ਸਲਾਹਕਾਰ ਗਲਤ ਨੇ, ਗਲਤ ਸਲਾਹਾਂ ਦੇ ਰਹੇ ਨੇ। ਸੋ ਬਿਆਨ ਸੁਨੀਲ ਜਾਖੜ ਵੀ ਇਹੋ ਜਿਹਾ ਦੇ ਗਏ ਸੀ, ਬਾਅਦ 'ਚ ਮੋੜ ਲਿਆ ਸੁਨੀਲ ਜਾਖੜ ਨੇ ਆਪਣਾ ਬਿਆਨ। ਮੈਨੂੰ ਇਹ ਲੱਗਦਾ ਜਿੱਦਣ ਦਾ ਸੁਨੀਲ ਜਾਖੜ ਹੋਣਾ ਦਾ ਉੱਥੇ ਮੋਬਾਈਲ ਦਿਖਾਇਆ ਸੀ ਨਾ, ਉਸ ਤੋਂ ਬਾਅਦ ਸੁਨੀਲ ਜਾਖੜ ਹੋਣਾ ਦੀ ਰਾਜਨੀਤਿਕ ਇਮੇਜ ਨੂੰ ਬਹੁਤ ਸੱਟ ਵੱਜੀ ਔਰ ਉਹਦਾ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਿੱਦਣ ਉਹਨਾਂ ਦੇ ਮੋਬਾਈਲ ਦਿਖਾਏ ਸੀ, ਉਦਣ ਕਿਤੇ ਸੁਨੀਲ ਜਾਖੜ ਜਿਗਰਾ ਕਰਕੇ ਅਸਤੀਫਾ ਦੇ ਦਿੰਦੇ ਕਾਂਗਰਸ ਦੇ ਪ੍ਰਧਾਨ ਤੋਂ, ਵੀ ਜੇ ਕਾਂਗਰਸ ਦੇ ਪ੍ਰਧਾਨ ਦਾ ਹੀ ਪਾਰਟੀ ਦਾ ਮੁੱਖ ਮੰਤਰੀ ਮੋਬਾਈਲ ਰਖਾ ਦੂਗਾ ਬਾਹਰ ਕੋਠੀ ਦੇ, ਤਾਂ ਫਿਰ ਸਰਕਾਰ ਕਿਵੇਂ ਚੱਲੂਗੀ। ਤੇ ਸੁਨੀਲ ਜਾਖੜ ਇੱਕ ਬਹੁਤ ਵੱਡੇ ਕੱਦ ਦੇ ਲੀਡਰ ਦੇ ਤੌਰ ਤੇ ਉੱਭਰਨੇ ਸੀ। ਪਰ ਗੱਲ ਇਹ ਹੈ ਵੀ ਸਿਆਸਤ ਮੌਕਿਆਂ ਦੀ ਹੁੰਦੀ ਹੈ। ਤੁਸੀਂ ਮੌਕੇ ਤੇ ਸਹੀ ਗੱਲ ਦਾ ਸਟੈਂਡ ਲੈ ਜਾਓ। ਅਗਰ ਤੁਸੀਂ ਸਹੀ ਗੱਲ ਦਾ ਸਟੈਂਡ ਲੈ ਜਾਓਗੇ ਤੇ ਕਾਮਯਾਬ ਰਹਿ ਜਾਓਗੇ। ਪਰ ਸੁਨੀਲ ਜਾਖੜ ਥੋੜ੍ਹੇ ਜਿਹੇ ਪਿੱਛੇ ਪੈ ਗਏ। ਉੱਦਾਂ ਲੀਡਰ ਕਾਬਲ ਨੇ, ਇਮਾਨਦਾਰ ਨੇ, ਸਿਆਣੇ ਨੇ ਤੇ ਪੋਲੀਟੀਕਲ ਪਾਰਟੀਆਂ ਨੇ ਪ੍ਰੈਸ ਕਾਨਫਰੰਸਾਂ ਕੈਪਟਨ ਅਮਰਿੰਦਰ ਦੇ ਖਿਲਾਫ ਕੀਤੀਆਂ, ਅਕਾਲੀ ਦਲ ਨੇ ਵੀ, ਆਪ ਨੇ ਵੀ। ਸਾਰਿਆਂ ਦੇ ਇੱਕ ਵਾਰੀ ਅਹਿਮ ਬਿਆਨ ਸੁਣਾ ਦਿਓ ਗਗਨ। ਔਰ ਨਵਜੋਤ ਸਿੰਘ ਸਿੱਧੂ ਮੰਨ ਰਿਹਾ ਕਿ ਜਿਹੜਾ ਉਦੋਂ ਅਸੀਂ ਅਸੈਂਬਲੀ ਦਾ ਸੈਸ਼ਨ ਬਣਾਇਆ ਸੀ ਉਹ ਇੱਕ ਡਰਾਮਾ ਸੀ। ਤੇ ਮੈਂ ਸਿੱਧੂ ਸਾਹਿਬ ਨੂੰ ਵੀ ਪੁੱਛਦਾ, ਰੰਧਾਵਾ ਸਾਹਿਬ ਨੂੰ ਵੀ ਪੁੱਛਦਾ ਕਿ ਉਦੋਂ ਝੋਲੀਆਂ ਅੱਡ ਕੇ ਖੜੇ ਹੋ ਕਿ ਤੁਸੀਂ ਕਿਸ ਵਾਸਤੇ ਮੰਗਦੇ ਸੀ। ਸਭ ਤੋਂ ਵੱਡੇ ਤਾਂ ਡਰਾਮੇ ਦੇ ਵਿੱਚ ਆਰਟਿਸਟ ਤੁਸੀਂ ਸੀ। ਪੰਜਾਬ ਦੀ ਜਨਤਾ ਨੂੰ ਖਿਲਵਾੜ ਕਰਨ ਵਾਲੇ ਸਭ ਤੋਂ ਵੱਡੇ ਕਿਰਦਾਰ ਉਸ ਵੇਲੇ ਸੈਸ਼ਨ ਦੇ ਵਿੱਚ ਜਿਹੜੇ ਟਪੂਸੀਆਂ ਮਾਰ ਕੇ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਤੇ ਕੈਪਟਨ ਸਾਹਿਬ ਕੋਲੋਂ ਮੰਗ ਕਰਦੇ ਸੀ ਕਿ SIT ਬਣਾਓ, ਦੂਜੇ ਬਣਾਓ। ਔਰ ਫਿਰ SIT ਦੇ ਵਿੱਚ ਤੁਸੀਂ ਮਨਮਰਜ਼ੀ ਦੇ ਅਫਸਰ ਪਵਾਏ। ਤੇ ਅੱਜ ਹੁਣ ਤੁਸੀਂ ਕਹਿੰਦੇ ਹੋ ਕਿ ਉਦੋਂ ਮੈਨੂੰ ਜਵਾਬ ਮਿਲ ਗਿਆ ਸੀ ਕੈਬਨਿਟ ਦੇ ਵਿੱਚੋਂ ਕਿ ਇਹ ਰਾਜਨੀਤਿਕ ਮੁੱਦਾ ਹੈ, ਇਹਨੂੰ ਅਖੀਰ ਦੇ ਉੱਤੇ ਲਵਾਂਗੇ। ਅਸੀਂ ਵੀ ਮੰਨਦੇ, ਇਸ ਤੋਂ ਪਹਿਲੇ ਕਹਿ ਰਹੇ ਤੁਸੀਂ ਰਾਜਨੀਤੀ ਕਰ ਰਹੇ। ਆ ਕੀ ਕੀਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ? ਇਸ ਤੋਂ ਵੱਡੀ ਰਾਜਨੀਤੀ ਕੀ ਹੋ ਸਕਦੀ? ਜੋ ਕੁਝ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੰਦ ਘੋਲਿਆ, ਜਿੰਨਾ ਵਰਦੀ ਨੂੰ ਦਾਗੀ ਉਹਨੇ ਕੀਤਾ, ਜਿੰਨੇ ਧੱਬੇ ਯੂਨੀਫਾਰਮ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਏ, ਮੈਂ ਸਮਝਦਾ ਕਿ ਇੱਕ ਆਨੈਸਟ ਅਫਸਰ ਜਿਹੜਾ ਉਸ ਵਰਦੀ ਨੂੰ ਪਾਉਣ ਤੋਂ ਪਹਿਲਾਂ ਉਹਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੋਊਗੀ ਕਿ ਮੈਂ ਉਹ ਵਰਦੀ ਪਾਉਣ ਲੱਗਿਆ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਇੰਨੀ ਦੇਰ ਪਾ ਕੇ ਜਿਹੜਾ ਉਹ ਕਰਦਾ ਰਿਹਾ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਏਜੰਟ ਕਿਹਦਾ ਸੀ ਦੂਜੇ ਪਾਸੇ?
ਉਹ ਵੀ ਹੁਣ ਸਾਬਤ ਹੋ ਗਿਆ। ਹੁਣ ਤਾਂ ਕਹਿਣ ਦੀ ਲੋੜ ਨਹੀਂ ਕਿਹੜੀ ਪਾਰਟੀ 'ਚ ਸ਼ਾਮਲ ਹੈ, ਕੇਜਰੀਵਾਲ ਦੇ। ਇੱਕ ਗੱਲ ਕਲੀਅਰ ਹੈ ਕਿ ਇਹ ਤਾਂ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਕੀ ਦੇਸ਼ ਦੇ ਵਿੱਚ ਤੀਲਾ ਹੋ ਚੁੱਕੀ ਹੈ ਔਰ ਦਿਸ ਇਜ਼ ਅ ਸਿੰਕਿੰਗ ਸ਼ਿਪ ਨਾਓ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਟੁਕੜੇ ਹੋ ਕੇ ਪੰਜਾਬ ਕਾਂਗਰਸ ਦੇ ਵੀ, ਔਰ ਉੱਤੋਂ ਤਾਂ ਹੋ ਹੀ ਗਏ ਨੇ ਪੰਜਾਬ ਕਾਂਗਰਸ ਦੇ ਟੁਕੜੇ ਹੋ ਕੇ ਕੋਈ ਇੱਧਰ ਡਿੱਗੂਗਾ ਕੋਈ ਉੱਧਰ ਡਿੱਗੂਗਾ, ਇਹ ਵੀ ਕਹਾਣੀ ਹੋ ਜਾਣੀ ਹੈ। ਔਰ ਜਿਹੜਾ ਕਾਂਗਰਸ ਪਾਰਟੀ ਵੱਲੋਂ ਜਿਹੜਾ 18 ਸੂਤਰੀ ਪ੍ਰੋਗਰਾਮ ਦਿੱਤਾ ਇਹ 18 ਚੋਣ ਜੁਮਲੇ ਹੈ। ਇਹ ਕੋਈ 18 ਪੰਜਾਬ ਦੀ ਭਲਾਈ ਦੇ ਲਈ ਨਹੀਂ ਹੈ, ਕਿਉਂਕਿ ਕਾਂਗਰਸ ਤਾਂ ਲੜਾਈ ਪੰਜਾਬ ਦੇ ਮੁੱਦਿਆਂ ਦੀ ਥੋੜੀ ਲੜਾਈ ਲੜ ਰਹੀ ਹੈ ਪੰਜਾਬ ਦੇ ਵਿੱਚ, ਇਹ ਤਾਂ ਕੁਰਸੀ ਦੀ ਲੜਾਈ ਲੜ ਰਹੇ। ਪਹਿਲਾਂ ਜਿਹੜਾ ਇੱਕ ਨਕਾਤੀ ਪ੍ਰੋਗਰਾਮ ਸੀ ਇਹਨਾਂ ਦਾ ਉਹ ਫੇਲ ਹੋ ਗਿਆ, ਇਹ ਹੁਣ ਇਹਨਾਂ ਨੇ 18 ਸੂਤਰੀ ਜਿਹੜਾ ਪ੍ਰੋਗਰਾਮ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਇੱਥੇ, ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਆਪਦੀ ਕੁਰਸੀ ਦਾ ਹੀ ਮਾਣ ਰੱਖ ਲਓ, ਉਹ ਪੰਜਾਬ ਦੇ ਵਿੱਚ ਤੁਸੀਂ ਫੇਲ ਹੋ ਗਏ ਹੋ। ਤੁਸੀਂ ਦੇਖੋ ਮਤਲਬ ਤੁਹਾਡੀ ਇੰਨੀ ਮਾੜੀ ਜਿਹੜੀ ਕਾਰਗੁਜ਼ਾਰੀ ਹੈ ਕਿ ਤੁਹਾਡੇ ਆਪਣੇ ਮੰਤਰੀ ਇਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਬਾਦਲ ਦਲ ਦੀ ਰਲੀ ਮਿਲੀ ਸਰਕਾਰ ਚੱਲ ਰਹੀ ਹੈ। ਔਰ ਇਹਨਾਂ ਝੂਠ ਦੇ ਜਿਹੜੇ ਜੁਮਲੇ ਇਹਨਾਂ ਤੇ ਹੁਣ ਪੰਜਾਬ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਕਰ ਰਿਹਾ, ਔਰ ਇਹਨਾਂ ਦੇ ਆਪਦੇ ਸਾਥੀ ਵਿਸ਼ਵਾਸ ਨਹੀਂ ਕਰ ਰਹੇ। ਈਵਨ ਸੋਨੀਆ ਗਾਂਧੀ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਰਹੀ, ਉਹਨਾਂ ਨੂੰ ਅਲਟੀਮੇਟਮ ਦੇਣਾ ਪਿਆ। ਐਡੀ ਮਾੜੀ ਹਾਲ ਕਦੇ ਪੰਜਾਬ ਦੇ ਵਿੱਚ ਹੋਈ ਨਹੀਂ, ਲੇਕਿਨ ਸਾਨੂੰ ਦੁੱਖ ਹੁੰਦਾ ਕਿ ਜਿਹੜੀ ਸਰਕਾਰ ਨੇ ਕਰੋਨਾ ਦੇ ਵਿੱਚ ਸਾਡੇ ਨਾਲ ਖੜਨਾ ਸੀ, ਜਿਹੜੀ ਸਰਕਾਰ ਨੇ ਇੰਨੇ ਮਾੜੇ ਸਮੇਂ ਦੇ ਵਿੱਚ ਸਾਡੇ ਨਾਲ ਖੜਨਾ ਸੀ, ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਰੁਜ਼ਗਾਰ ਦੇ ਪ੍ਰਬੰਧ ਕਰਨੇ ਸੀ, ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਪ੍ਰਬੰਧ ਕਰਨਾ ਸੀ, ਸਾਡੇ ਜਿਹੜਾ ਦਿਲ ਦੇ ਨੇੜੇ ਦਾ ਮੁੱਦਾ ਬੇਅਦਬੀ ਦਾ ਮੁੱਦਾ ਪਿਆਰੇ ਸਾਥੀਓ ਉਹਨੂੰ ਹੱਲ ਕਰਨ ਲਈ ਪ੍ਰਬੰਧ ਕਰਨਾ ਸੀ, ਉਹ ਤਾਂ ਆਪਦੀ ਕੁਰਸੀ ਦੀ ਲੜਾਈ ਦੇ ਵਿੱਚ ਲੱਗੀ ਹੋਈ ਹੈ। ਤੇ ਡੱਲਾ ਸਾਹਿਬ ਉਧਰ ਜਿਸ ਤਰ੍ਹਾਂ ਭਾਜਪਾ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ 117 ਦੀਆਂ 17 ਸੀਟਾਂ ਦੇ ਉੱਤੇ ਉਮੀਦਵਾਰ ਤਾਰਨੇ ਆ, ਪਰ ਜਿਹੜੇ ਜਿੱਤੇ ਹੋਏ ਉਮੀਦਵਾਰ ਨੇ ਉਹਨਾਂ ਦਾ ਵੀ ਵਿਰੋਧ ਲਗਾਤਾਰ ਪੰਜਾਬ 'ਚ ਜਾਰੀ ਹੈ। ਹੁਣ ਕੱਲ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਸੋਮ ਪ੍ਰਕਾਸ਼ ਹੋਣਾ ਦਾ ਵਿਰੋਧ ਹੋਇਆ ਕਿਉਂਕਿ ਕੇਂਦਰੀ ਮੰਤਰੀ ਵੀ ਨੇ, ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ, ਨਾਅਰੇਬਾਜ਼ੀ ਵੀ ਹੋਈ, ਪੁਤਲੇ ਵੀ ਜਿਹੜੇ ਫੂਕੇ ਗਏ ਉੱਥੇ। ਕੀ ਲੱਗਦਾ ਹੈ ਭਾਜਪਾ ਦੇ ਲਈ ਹਜੇ ਵੀ ਜਿਹੜੀ ਸਥਿਤੀ ਬਹੁਤੀ ਪੰਜਾਬ ਦੇ ਵਿੱਚ ਸੁਖਾਵੀ ਨਹੀਂ ਹੈ ਚੋਣਾਂ ਦੇ ਲਈ? ਨਹੀਂ, ਪੰਜਾਬ 'ਚ ਸਥਿਤੀ ਭਾਜਪਾ ਲਈ ਸੁਖਾਵੀ ਨਹੀਂ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੇਖੋ ਅਨਿਲ ਜੋਸ਼ੀ ਵੀ ਤਾਂ ਕਹੀ ਜਾਂਦਾ ਨਾ, ਅਨਿਲ ਜੋਸ਼ੀ ਕਹਿ ਰਿਹਾ ਵੀ ਕਿਸਾਨਾਂ ਦੀ ਗੱਲ ਸੁਣੋ, ਅਸੀਂ ਕੇਂਦਰ 'ਚ ਜਾ ਕੇ ਦੱਸੀਏ ਵੀ ਕਿਸਾਨਾਂ ਦੀ ਅਸਲ ਸਥਿਤੀ ਕੀ ਹੈ। ਪਰ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਹੁਣ ਬਹੁਤਾ ਪਰਵਾਹ ਨਹੀਂ ਕਰਦੇ ਵੀ ਤੁਸੀਂ ਕਾਲੀਆਂ ਝੰਡੀਆਂ ਦਿਖਾਓ ਜਾਂ ਤੁਸੀਂ ਪੁਤਲੇ ਫੂਕੋ। ਉਹਨਾਂ ਨੇ ਤਾਂ ਸਪਸ਼ਟ ਕਹਿਤਾ ਵੀ ਜੇ ਕੋਈ ਬਦਲਾਅ ਕਰਨੇ ਨੇ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ। ਅਗਰ ਰਿਪੀਲ ਕਰਨ ਤੋਂ ਇਲਾਵਾ, ਸਮਝੌਤੇ ਰੱਦ ਕਰਨ ਦੀ ਮੰਗ ਤੋਂ ਇਲਾਵਾ ਕੋਈ ਹੋਰ ਤੁਹਾਡੇ ਕੋਲੇ ਮੰਗ ਹੈ ਤੇ ਸਾਡੇ ਦਰਵਾਜ਼ੇ ਖੁੱਲ੍ਹੇ ਨੇ। ਸੋ ਬੀਜੇਪੀ ਵਾਲਿਆਂ ਨੇ ਤਾਂ ਆਪਣੀ ਗੱਲ ਹੈ ਜਿਹੜੀ ਕਲੀਅਰ ਕਰਤੀ। ਹੁਣ ਤਾਂ ਕਿਸਾਨ ਨੇ ਜਿਹੜੇ ਉਹ ਇਸ ਗੱਲ ਤੇ ਅੜੇ ਨੇ ਵੀ ਅਸੀਂ ਕਾਨੂੰਨ ਰੱਦ ਕਰਾਉਣੇ ਆ। ਸੋ ਹੁਣ ਦੇਖਦੇ ਹਾਂ ਕੀ ਬਣਦਾ ਗਗਨ। ਬਿਲਕੁਲ, ਸੋ ਜ਼ਰੂਰ ਹੈ ਕਿ ਕਿਸਾਨ ਅੰਦੋਲਨ ਦਾ ਵੀ ਮਸਲਾ ਨਾਲ ਚੱਲਣਾ ਹੈ ਤੇ ਇਸ ਦਾ ਪ੍ਰਭਾਵ ਪੰਜਾਬ ਦੀਆਂ ਚੋਣਾਂ ਦੇ ਉੱਤੇ ਬਹੁਤ ਵੱਡਾ ਹੋਣਾ। ਉਧਰ ਰਾਕੇਸ਼ ਟਕੈਤ ਵੀ ਇਹ ਕੱਲ੍ਹ ਕਹਿ ਚੁੱਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਅਸੀਂ ਉੱਤਰਾਖੰਡ ਅਤੇ ਯੂਪੀ ਵੱਲ ਦਾ ਵੀ ਰੁਖ ਬਹੁਤ ਜਲਦ ਕਰਨ ਜਾ ਰਹੇ ਹਾਂ। ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਕਿਸਾਨ ਅੰਦੋਲਨ ਦੇ ਪੱਖ ਤੋਂ ਤਾਂ ਭਾਜਪਾ ਦਾ ਬਹੁਤ ਵੱਡਾ ਨੁਕਸਾਨ ਮੁਲਕ ਦੇ ਦੋ ਵੱਡੇ ਹਿੱਸਿਆਂ ਦੇ ਵਿੱਚ ਹੋ ਸਕਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਵੀ ਨਾਲ ਹੀ ਸਿਆਸਤ ਦੇ ਜੋੜ ਕੇ ਚੱਲਦੇ ਰਹਾਂਗੇ। ਕੀ ਕੁਝ ਹੁੰਦਾ ਹੈ ਲਗਾਤਾਰ ਇਸ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।